आप लिहो तुम कथा सुधार। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਤਨ ਜਾ ਪੈਂਦੇ ਖਾਨ ਕੀ, ਬਰ ਕੇ ਉਚਿਤ ਪਛਾਨ। ਛੋਟੇ ਮੀਰ ਸੋ ਗ੍ਰਾਮ ਮਹਿ, ਬਸ ਹੈ ਏਕ ਪਠਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ। ਸੋਦਾ ਰਹਿਰਾਸ ਸਾਹਿਬ ਜੀ ਦੇ ਪਾਠ, ਆਰਤੀ ਆਰਤੇ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਛੇਵੇਂ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਇਕਾਗਰ ਕਰੀਏ। ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ। ਛੇਵੇਂ ਪਾਤਸ਼ਾਹ ਮਹਾਰਾਜ ਜੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਲੰਧਰ ਦੇ ਲਾਗੇ ਵਿਰਾਜ ਰਹੇ ਹਨ ਅਤੇ ਬੇਨਤੀ ਕੌਤਕ ਇੱਥੇ ਕੀਤੇ ਹਨ। ਇੱਥੇ ਸੱਚੇ ਪਾਤਸ਼ਾਹ ਬਾਬਾ ਬਿਧੀ ਚੰਦ ਜੀ ਨੂੰ ਬੜੀਆਂ ਬਖਸ਼ਾਂ ਦਿੱਤੀਆਂ ਹਨ ਔਰ ਪਰਿਵਾਰ ਨੂੰ ਸਾਰਿਆਂ ਨੂੰ ਮਿਲ ਕੇ ਖੁਸ਼ੀ ਦਿੱਤੀ ਹੈ। ਪੈਂਦੇ ਖਾਂ ਦੀ ਬੇਟੀ ਦੇ ਵਿਆਹ ਦੀ ਕਥਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਿਆਹ ਦੀ ਕਥਾ ਅੱਜ ਦੇ ਪ੍ਰਕਰਣਾਂ ਵਿੱਚ ਸਰਵਣ ਕਰੀਏ। ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਤਨ ਜਾ ਪੈਂਦੇ ਖਾਨ ਕੀ, ਬਰ ਕੇ ਉਚਿਤ ਪਛਾਨ। ਗੁਰੂ ਕਾਈ ਫੌਜ ਦਾ ਬਹੁਤ ਵੱਡਾ ਯੋਧਾ ਪੈਂਦੇ ਖਾਨ, ਜਿਸ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਨੇ ਆਪਣੇ ਹੱਥੀਂ ਪਾਲਿਆ ਸੀ। ਉਹਦਾ ਆਪ ਹੀ ਵਿਆਹ ਕੀਤਾ ਸੀ। ਉਹਦੇ ਘਰ ਇੱਕ ਲੜਕੀ ਜੰਮੀ ਸੀ। ਉਹ ਲੜਕੀ ਜਦੋਂ ਵਰ ਦੇ ਯੋਗ ਹੋ ਗਈ ਹੈ, ਵਿਆਹਣ ਜੋਗੀ ਹੋ ਗਈ ਹੈ। ਛੋਟੇ ਮੀਰ ਸੁਗਰਾਮ ਮਹਿ, ਬਸ ਹੈ ਏਕ ਪਠਾਨ। ਛੋਟੇ ਮੀਰ ਪਿੰਡ ਵਿੱਚ ਹੀ ਇੱਕ ਹੋਰ ਪਠਾਨ ਰਹਿੰਦਾ ਸੀ। ਉਸ ਪਠਾਨ ਦੇ ਲੜਕੇ ਦੇ ਨਾਲ ਅਸਮਾਨ ਖਾਨ ਉਹਦਾ ਨਾਮ ਸੀ। ਪੈਂਦੇ ਖਾਨ ਨੇ ਆਪਣੀ ਬੇਟੀ ਦਾ ਰਿਸ਼ਤਾ ਕਰ ਦਿੱਤਾ ਹੈ। ਆਕਲ ਛੰਦ ਤਿਹ ਨਾਮ ਖਾਨ ਅਸਮਾਨਾ। ਉਸ ਲੜਕੇ ਦਾ ਨਾਮ ਅਸਮਾਨ ਖਾਨ ਸੀ। ਬੈਖੋੜਸ ਬਰਖਨ ਜਾਨਾ। 16 ਸਾਲਾਂ ਦਾ ਉਹ ਗੱਭਰੂ ਸੀਗਾ ਤੇ ਇਹਦੀ ਲੜਕੀ ਵੀ 12-13 ਸਾਲ ਦੀ ਹੋ ਗਈ ਸੀ। ਇਸ ਕਰਕੇ ਉਹਨਾਂ ਦਿਨਾਂ ਵਿੱਚ ਬਹੁਤ ਛੋਟੀ ਉਮਰ 'ਚ ਵਿਆਹ ਕਰ ਦਿੰਦੇ ਸਨ। ਉਹ 16 ਸਾਲਾਂ ਦੇ ਪਠਾਨ ਨਾਲ ਪੈਂਦੇ ਖਾਨ ਨੇ ਆਪਣੀ ਕੁੜੀ ਦਾ ਵਿਆਹ ਕਰ ਦਿੱਤਾ ਹੈ। ਸੋ ਪਦਰ ਸਮੇਤ ਬਸੰਤਾ। ਉਹ ਆਪਣੇ ਪਿਤਾ ਸਮੇਤ ਉਸਮਾਨ ਖਾਨ ਛੋਟੇ ਮੀਰ ਪਿੰਡ 'ਚ ਹੀ ਵਸਦਾ ਸੀ। ਉੱਥੋਂ ਦਾ ਰਹਿਣ ਵਾਲਾ ਸੀ। ਢਿਗ ਸਾਹੋਰ ਚਾਕਰੀ ਮੰਤਾ। ਤੇ ਉਹਦਾ ਪਿਓ ਵੀ ਬਾਦਸ਼ਾਹ ਕੋਲ ਨੌਕਰੀ ਕਰ ਚੁੱਕਾ ਸੀ, ਬਾਦਸ਼ਾਹ ਦੀਆਂ ਫੌਜਾਂ ਦੇ। ਕਿਉਂਕਿ ਪਠਾਨ ਲੋਕ ਜਿਹੜੇ ਸਨ ਸਿਰਫ ਤੇ ਸਿਰਫ ਫੌਜੀ ਨੌਕਰੀ ਜਾਂ ਘੋੜਿਆਂ ਦਾ ਵਪਾਰ ਇੱਦਾਂ ਦੇ ਕੰਮ ਕਰਦੇ ਸਨ। ਪਹਿਲੇ ਨੰਬਰ ਤੇ ਫੌਜ ਵਿੱਚ ਭਰਤੀ ਹੋਣ ਨੂੰ ਜ਼ਿਆਦਾ ਪਸੰਦ ਕਰਦੇ ਸਨ। ਬਾਦਸ਼ਾਹ ਦੀ ਫੌਜ ਵਿੱਚ ਨੌਕਰ ਸਨ। ਸਨਮਾਨ ਸਮੇਤ ਮਹਾਨਾ। ਬੜੇ ਸਨਮਾਨ ਦੇ ਨਾਲ, ਬੜੀ ਇੱਜ਼ਤ ਦੇ ਨਾਲ। ਧਨ ਸ਼ਾਹ ਦੇਤ ਭਟ ਜਾਨਾ। ਇਹਨਾਂ ਨੂੰ ਬਾਦਸ਼ਾਹ ਨੇ ਨੌਕਰ ਤੇ ਰੱਖਿਆ ਸੀ। ਸੂਰਬੀਰ ਯੋਧੇ ਜਾਣ ਕੇ। ਪਠਾਨ ਲੜਾਕੀ ਕੌਮ ਹੈ। ਫੌਜ ਦੇ ਵਿੱਚ ਪਠਾਨਾਂ ਨੂੰ ਖਾਸ ਕਰਕੇ ਭਰਤੀ ਕਰਦੇ ਹਨ। ਨਿਜ ਸਮਤਾ ਭਲੇ ਪਛਾਨੀ। ਉਹ ਪੈਂਦੇ ਖਾਨ ਨੇ ਦੇਖਿਆ ਵੀ ਮੇਰੇ ਬਰਾਬਰ ਦਾ ਘਰ ਹੈ, ਮੈਂ ਵੀ ਫੌਜ ਗੁਰੂ ਦੀ ਫੌਜ ਵਿੱਚ ਹਾਂ ਤੇ ਉਸਮਾਨ ਖਾਨ ਦਾ ਪਿਓ ਤੇ ਉਹ ਦੋਵੇਂ ਪਿਓ ਪੁੱਤਰ ਬਾਦਸ਼ਾਹ ਦੀ ਫੌਜ 'ਚ ਹਨ। ਘਰ ਸਾਡਾ ਮਿਲਦਾ ਜੁਲਦਾ, ਇੱਕੋ ਬਰਾਦਰੀ ਭਾਈਚਾਰਾ ਹੈ ਪਠਾਣਾਂ ਦਾ। ਕੁਲ ਧਨ ਵੈ ਸੁੰਦਰ ਮਾਨੀ। ਲੜਕਾ ਵੀ ਸੋਹਣਾ ਹੈ ਤੇ ਉਹਦੀ ਉਮਰ ਵੀ ਠੀਕ ਹੈ, ਵਿਆਹਣ ਜੋਗਾ ਹੈ। ਤਬ ਪੈਂਦ ਖਾਨ ਕਰ ਨਾਤਾ। ਪੈਂਦੇ ਖਾਨ ਨੇ ਆਪਣੀ ਬੇਟੀ ਦਾ ਉੱਥੇ ਨਾਤਾ ਕਰ ਦਿੱਤਾ, ਰਿਸ਼ਤਾ ਕਰ ਦਿੱਤਾ ਹੈ। ਦੇ ਸੁਤਾ ਸਕੀਨ ਜਮਾਤਾ। ਆਪਣੀ ਬੇਟੀ ਦੇ ਕੇ ਉਸਮਾਨ ਖਾਨ ਨੂੰ ਆਪਣਾ ਜਵਾਈ ਬਣਾ ਲਿਆ। ਤਤਕਾਲ ਨਿਕਾਹ ਕਰਾਇਓ। ਉਸੇ ਵੇਲੇ ਹੀ ਕਾਜੀ ਨੂੰ ਸੱਦ ਕੇ ਵਿਆਹ ਪੜਾ ਦਿੱਤਾ। ਆਪਾਂ ਵਿਆਹ ਕਹਿੰਦੇ ਆ, ਇਹ ਨਿਕਾਹ ਕਹਿੰਦੇ ਨੇ। ਨਿਕਾਹ ਪੜ੍ਹ ਦਿੱਤਾ ਕਾਜੀ ਨੇ। ਘਰ ਆਪਣੇ ਤੇ ਸਹਿ ਬਸਾਇਓ। ਤੇ ਕਹਿੰਦੇ ਉਸਮਾਨ ਖਾਨ ਨੂੰ ਆਪਣੇ ਘਰ ਹੀ ਬਿਠਾ ਲਿਆ। ਕਹਿਣ ਲੱਗਾ ਵੀ ਤੂੰ ਮੇਰੇ ਘਰ ਹੀ ਜਵਾਈ ਬਣ ਕੇ ਰਹਿਣਾ ਹੈ। ਘਰ ਜਵਾਈ ਰੱਖ ਲਿਆ ਉਸਮਾਨ ਖਾਨ ਨੂੰ। ਸੁਤ ਉਪਜਿਓ ਬਾਰਿਕ ਸੋਈ। ਕਿਉਂਕਿ ਪੈਂਦੇ ਖਾਨ ਦਾ ਜਿਹੜਾ ਪੁੱਤਰ ਜੰਮਿਆ ਸੀ ਉਹ ਜੇ ਨਿੱਕਾ ਸੀਗਾ। ਲੜਕੀ ਤੋਂ
10-12 ਸਾਲ ਬਾਅਦ ਬੇਟਾ ਹੋਇਆ। ਤੇ ਪੈਂਦੇ ਖਾਂ ਸੋਚਦਾ ਵੀ ਮੇਰਾ ਬੱਚਾ ਤਾਂ ਜੇ ਛੋਟਾ ਹੈ, ਇਸ ਕਰਕੇ ਜਵਾਈ ਨੂੰ ਹੀ ਘਰ ਰੱਖਦੇ ਆ, ਇਹ ਨਾਲੇ ਘਰ ਸੰਭਾਲੇਗਾ, ਮੇਰੀ ਧੀ ਵੀ ਘਰ ਰਹੇਗੀ, ਮੇਰੀ ਬੀਵੀ ਦਾ ਵੀ ਮਨ ਲੱਗਾ ਰਹੇਗਾ। ਇਸ ਕਰਕੇ ਘਰ ਜਵਾਈ ਰੱਖ ਲਿਆ ਉਸਮਾਨ ਖਾਂ ਨੂੰ। ਤਨ ਜਾਪਤ ਸੁਤ ਸਮਝੋਈ, ਕਹਿੰਦੇ ਤਨਜਾ ਪਤ ਸੁਤ ਸਮਝੋਈ, ਆਪਣੇ ਜਵਾਈ ਨੂੰ ਵੀ ਪੁੱਤਰ ਤਰ੍ਹਾਂ ਵੇਖਦਾ ਹੈ ਪੈਂਦੇ ਖਾਨ। ਤਿਸ ਦੇਖ ਰਹਿ ਸੁਖ ਪਾਈ, ਉਹਨੂੰ ਵੇਖ ਕੇ ਖੁਸ਼ ਹੁੰਦਾ ਹੈ ਆਪਣੇ ਜਵਾਈ ਨੂੰ ਤੇ ਆਪਣੀ ਧੀ ਨੂੰ। ਕਰ ਰਾਖਿਓ ਸਦਨ ਜਵਾਈ, ਘਰ ਜਵਾਈ ਰੱਖਿਆ ਹੈ ਇਸਨੇ। ਲੈ ਗੁਰ ਤੇ ਵਸਤ ਮਹਾਨਾ, ਕਹਿੰਦੇ ਗੁਰੂ ਕੋਲੋਂ ਵਸਤੂਆਂ ਲੈ ਕੇ, ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਬਖਸ਼ਿਸ਼ਾਂ ਲੈ ਕੇ, ਤਨਖਾਹਾਂ ਲੈ ਕੇ ਵਧੀਆ ਗੁਜ਼ਾਰਾ ਪੈਂਦੇ ਖਾਨ ਕਰਦਾ ਹੈ। ਸਭ ਦੇਤ ਤਾਹਿ ਸੁਖ ਮਾਨਾ, ਤੇ ਸਤਿਗੁਰੂ ਵੀ ਉਸ ਨੂੰ ਕੋਈ ਚੀਜ਼ ਦੀ ਕਮੀ ਨਹੀਂ ਸੀ ਰਹਿਣ ਦਿੰਦੇ। ਚੰਗਾ ਘੋੜਾ, ਚੰਗਾ ਸ਼ਸਤਰ ਪੈਂਦੇ ਖਾਂ ਨੂੰ ਦਿੰਦੇ ਸਨ। ਪਰ ਪੈਂਦੇ ਖਾਂ ਉਹ ਗੁਰੂ ਦੀਆਂ ਬਖਸ਼ਿਸ਼ਾਂ ਆਪਣੇ ਜਵਾਈ ਨੂੰ ਦੇ ਦਿੰਦਾ ਸੀ। ਆਪਣੇ ਜਵਾਈ ਵੱਲ ਬਹੁਤਾ ਖਿਆਲ ਰੱਖਦਾ ਸੀ, ਬਹੁਤੀ ਰੁਚੀ ਰੱਖਦਾ ਸੀ ਪੈਂਦਾ ਖਾਨ। ਤਿਮ ਪੈਂਦ ਖਾਨ ਕੀ ਦਾਰਾ, ਜਿਵੇਂ ਪੈਂਦੇ ਖਾਂ ਆਪਣੇ ਜਵਾਈ ਦਾ ਧਿਆਨ ਰੱਖਦਾ ਸੀ, ਪੈਂਦੇ ਦੀ ਘਰਵਾਲੀ ਵੀ ਆਪਣੇ ਜਵਾਈ ਦਾ ਬੜਾ ਖਿਆਲ ਰੱਖਦੀ ਸੀ। ਆਪਣੀ ਧੀ ਦਾ ਤੇ ਆਪਣੇ ਜਵਾਈ ਦਾ ਹਰ ਵੇਲੇ ਖਿਆਲ ਰੱਖਦੀ ਸੀ ਪਠਾਣੀ। ਬਹੁ ਕਰਤ ਰਹਿਤ ਨਿਤ ਪਿਆਰਾ, ਆਪਣੇ ਪੁੱਤਰ ਨੂੰ ਤੇ ਆਪਣੀ ਧੀ ਨੂੰ ਤੇ ਆਪਣੇ ਜਵਾਈ ਨੂੰ ਪਿਆਰ ਕਰਦੀ ਸੀ ਬਹੁਤ ਜ਼ਿਆਦਾ। ਕਰ ਭੋਜਨ ਸਵਾਦਲ ਨਾਨਾ, ਨਾਨਾ ਪ੍ਰਕਾਰ ਦੇ ਸਵਾਦਿਸ਼ਟ ਵਧੀਆ ਤੋਂ ਵਧੀਆ ਖਾਣੇ ਬਣਾ ਕੇ ਅਚਵਾਏ ਆਪਣੇ ਪਾਨਾ, ਆਪਣੇ ਹੱਥੀਂ ਉਹ ਉਸਮਾਨ ਖਾਂ ਨੂੰ ਖਵਾਉਂਦੀ ਸੀ। ਬੜੀ ਮਿਹਰਬਾਨ ਸੀ ਸੱਸ ਆਪਣੇ ਜਵਾਈ ਉੱਤੇ। ਉਹਨੂੰ ਹਰ ਵੇਲੇ ਆਪਣੀ ਨਜ਼ਰ ਥੱਲੇ ਰੱਖਣਾ, ਉਹਦਾ ਖਿਆਲ ਰੱਖਣਾ, ਖਾਣ ਪਾਣ ਦਾ। ਤੇ ਬਹੁਤ ਪੁੱਤਰਾਂ ਤਾਂ ਉਹਨੂੰ ਪਿਆਰ ਕਰਦੀ ਸੀ, ਜਿਵੇਂ ਆਪਣੇ ਪੁੱਤਰ ਨੂੰ ਪਿਆਰ ਕਰੀਦਾ, ਇਸ ਤੋਂ ਵੱਧ ਪਿਆਰ ਕਰਦੀ ਸੀ ਜਵਾਈ ਨੂੰ। ਇਮ ਬੀਤਿਓ ਕੇਤਕ ਕਾਲਾ, ਇਸ ਤਰ੍ਹਾਂ ਸਾਧ ਸੰਗਤ ਜੀ ਕੁਝ ਸਮਾਂ ਬੀਤ ਗਿਆ। ਮਿਲ ਹੈ ਆਨੰਦ ਵਿਸਾਲਾ, ਬੜੇ ਆਨੰਦ ਵਿੱਚ ਗੁਰੂ ਸਾਹਿਬ ਵੀ ਕਰਤਾਰਪੁਰ 'ਚ ਰਹਿ ਰਹੇ ਸਨ ਤੇ ਪੈਂਦੇ ਪਾਰ ਵਿੱਚ ਛੋਟੇ ਮੀਰ ਪਿੰਡ 'ਚ ਰਹਿੰਦਾ ਸੀ। ਸ੍ਰੀ ਗੁਰੂ ਬਿਲਾਸ ਧਰਨ ਤੇ, ਮਹਾਰਾਜ ਖੇਡਣ ਕਦੀ ਜਾਂਦੇ ਸਨ ਤੇ ਬੜੇ ਬਿਲਾਸ ਕੌਤਕ ਕਰਦੇ ਸਨ। ਛੱਡ ਜਾਤ ਅਖੇਰ ਕਰਨ ਤੇ, ਫੌਜਾਂ ਨੂੰ ਨਾਲ ਲੈ ਕੇ ਬਾਬਾ ਬਿਧੀ ਚੰਦ ਜੀ ਅਤੇ ਹੋਰ ਸੂਰਬੀਰ ਯੋਧਿਆਂ ਨੂੰ ਨਾਲ ਲੈ ਕੇ ਛੇਵੇਂ ਪਾਤਸ਼ਾਹ ਸ਼ਿਕਾਰ ਨੂੰ ਚੜ੍ਹਦੇ ਸਨ। ਸ੍ਰੀ ਕਰਤਾਰਪੁਰ ਦੇ ਲਾਗੇ ਪਿੰਡਾਂ ਦੀਆਂ ਜੂਹਾਂ ਵਿੱਚ, ਜਿੱਥੇ ਜੰਗਲੀ ਸੂਰ, ਹਿਰਨ, ਪਾੜੇ, 12 ਸਿੰਘੇ ਅਤੇ ਕਈ ਵਾਰੀ ਸ਼ੇਰਾਂ ਦਾ ਵੀ ਸ਼ਿਕਾਰ ਗੁਰੂ ਸਾਹਿਬ ਨੇ ਕੀਤਾ, ਉਸ ਇਲਾਕੇ ਵਿੱਚ ਸਥਾਨ ਬਣੇ ਹੋਏ ਹਨ। ਗਨ ਜੀਵਨ ਜਗਤ ਉਧਾਰੈ, ਮਹਾਰਾਜ ਜੀ ਜੀਵਾਂ ਦਾ ਉਧਾਰ ਕਰਦੇ ਫਿਰਦੇ ਸ਼ਿਕਾਰ ਦੇ ਬਹਾਨੇ, ਵਿਚਰਨ ਤੇ ਵਹਿਰ ਪ੍ਰਹਾਰੈ, ਔਰ ਬਾਹਰ ਵਿਚਰ ਕੇ ਸ਼ਸਤਰਾਂ ਦਾ ਅਭਿਆਸ ਕਰਦੇ। ਕਿਉਂਕਿ ਸ਼ਿਕਾਰ ਖੇਡਣ ਦਾ ਮਤਲਬ ਹੁੰਦਾ ਵੀ ਸ਼ਸਤਰ ਦਾ ਅਭਿਆਸ ਕਰਨਾ। ਜਿਹੜੇ ਬੰਦੇ ਨੇ ਕਦੀ ਸ਼ਿਕਾਰ ਨਹੀਂ ਖੇਡਿਆ, ਜੰਗ ਦੇ ਮੈਦਾਨ ਵਿੱਚ ਜਾ ਕੇ ਲਹੂ ਵੇਖ ਕੇ ਡਰ ਜਾਂਦਾ ਹੈ। ਇਸ ਕਰਕੇ ਸਤਿਗੁਰੂ ਬਾਜ ਰੱਖਿਆ, ਸ਼ਿਕਾਰ ਖੇਡਣ ਜਾਂਦੇ ਹਨ, ਸਿੰਘਾਂ ਨੂੰ ਸ਼ਸਤਰ ਵਿਦਿਆ ਦਾ ਅਭਿਆਸ ਕਰਾਉਂਦੇ ਹਨ। ਬਹੁ ਸਿੱਖਨ ਦੇ ਉਪਦੇਸ਼ਾ, ਮਹਾਰਾਜ ਸਿੱਖਾਂ ਨੂੰ ਉਪਦੇਸ਼ ਦਿੰਦੇ, ਭਾਈ ਨਾਮ ਜਪੋ, ਅੰਮ੍ਰਿਤ ਵੇਲੇ ਜ਼ਰੂਰ ਉਠੋ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਿਆ ਕਰੋ, ਬਾਣੀ ਦਾ ਨਿਤਨੇਮ ਕਰਿਆ ਕਰੋ, ਕੀਰਤਨ ਸੁਣਿਆ ਕਰੋ, ਆਪਣੀ ਧਰਮ ਦੀ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਿਆ ਕਰੋ। ਕਿਸੇ ਨੂੰ ਡਰਾਓ ਨਾ ਔਰ ਕਿਸੇ ਤੋਂ ਡਰੋ ਨਾ, ਸ਼ਸਤਰਧਾਰੀ ਹੋ ਕੇ ਰਹੋ। ਏਦਾਂ ਦੀ ਮਹਾਰਾਜ ਸਿੱਖਿਆ ਦਿੰਦੇ ਸਨ ਛੇਵੇਂ ਪਾਤਸ਼ਾਹ। ਕਿਹ ਕਾਟਤ ਜਗਤ ਕਲੇਸ਼ਾ, ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ 'ਚ ਆ ਜਾਂਦਾ ਸੀ, ਉਹਦਾ ਜਨਮ ਮਰਨ ਕੱਟ ਦਿੰਦੇ ਸਨ, ਸਾਰੇ ਕਲੇਸ਼ਾਂ ਦਾ ਨਾਸ ਕਰਦੇ ਸਨ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ। ਬੜ ਤੇ ਤ੍ਰਿਪਤ ਭਏ ਰਿਪ ਮਾਰੇ, ਬਹੁਤ ਵੈਰੀ ਮਾਰੇ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਪਹਿਲਾਂ ਅੰਮ੍ਰਿਤਸਰ ਵਿੱਚ 7000 ਫੌਜ ਮੁਖਲਿਸ ਖਾਂ ਲੈ ਕੇ ਆਇਆ, ਉਹ ਮਾਰੀ ਹੈ। ਫਿਰ ਅਬਦੁਲ ਖਾਨ ਸ੍ਰੀ ਹਰਗੋਬਿੰਦਪੁਰੇ ਦੀ ਜੰਗ 'ਚ 14000 ਫੌਜ ਲੈ ਕੇ ਆਇਆ, ਉਹ ਵੀ ਮਾਰੀ ਹੈ। 30,000 ਫੌਜ ਲੱਲਾ ਬੇਗ ਦੀ ਮਹਾਰਾਜ ਮਾਰੀ ਹੈ।
ਇਸ ਤਰ੍ਹਾਂ ਗੁਰੂ ਸਾਹਿਬ ਦੀ ਬੜੀ ਧਾਕ ਪੈ ਗਈ ਪੂਰੇ ਹਿੰਦੁਸਤਾਨ ਦੇ ਵਿੱਚ। ਜਸ ਦਸ ਦੇਸ਼ ਅਧਿਕ ਬਿਥਾਰੇ। ਦਸਾਂ ਦਿਸ਼ਾ ਵਿੱਚ ਸਾਰੇ ਪਾਸੇ ਗੁਰੂ ਦਾ ਜਸ ਪਸਰ ਗਿਆ। ਮਹਾਰਾਜ ਛੇਵੇਂ ਪਾਤਸ਼ਾਹ ਦੀ ਜੈ ਜੈਕਾਰ ਹੁੰਦੀ ਹੈ। ਬੜ ਮੁਗਲ ਮਾਰ ਗੁਰ ਸੂਰਾ। ਲੋਕ ਗੱਲਾਂ ਕਰਦੇ ਨੇ ਕਿ ਬੜਾ ਸੂਰਮਾ ਗੁਰੂ ਹੈ। ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਬਹੁ ਪਰਉਪਕਾਰੀ। ਬੜ ਮੁਗਲ ਮਾਰ ਗੁਰਸੂਰਾ, ਮੁਗਲਾਂ ਨੂੰ ਮਾਰ ਕੇ ਖਪਾਉਣ ਵਾਲਾ ਸੂਰਮਾ ਸਤਿਗੁਰੂ ਹੈ। ਨਿਜ ਦਾਸ ਕਾਮਨਾ ਪੂਰਾ। ਆਪਣੇ ਦਾਸਾਂ ਦੀਆਂ ਕਾਮਨਾ ਪੂਰੀਆਂ ਕਰਨ ਵਾਲਾ ਗੁਰੂ ਹੈ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਇੱਛਾ ਪੂਰਕ ਸਰਬ ਸੁਖ ਦਾਤਾ, ਹਰ ਜਾਂ ਕੈ ਵਸ ਹੈ ਕਾਮ ਧਿਨ। ਗੁਰੂ ਹਰਗੋਬਿੰਦ ਸਾਹਿਬ ਆਪਣੇ ਸਿੱਖਾਂ ਦੀਆਂ ਸਾਰੀਆਂ ਹੀ ਮਨੋਕਾਮਨਾ ਪੂਰੀਆਂ ਕਰਨ ਵਾਲੇ ਹਨ। ਹਰ ਵਿਰਤ ਪੰਥ ਮਹਿ ਤੈਸੇ। ਔਰ ਸਾਰੇ ਪੰਥ ਗੁਰੂ ਨਾਨਕ ਦੀ ਸਾਰੀ ਸਿੱਖੀ ਦੇ ਵਿੱਚ ਇਹ ਗੱਲ ਪ੍ਰਚਲਿਤ ਹੈ ਵੀ ਗੁਰੂ ਮਹਾਰਾਜ ਵਰਗਾ ਸੂਰਮਾ ਕੋਈ ਨਹੀਂ ਹੈ। ਨਿਰਬਿਰਤ ਬਿਖੈ ਰਹਿ ਜੈਸੇ। ਮਹਾਰਾਜ ਪ੍ਰਵਿਰਤੀ ਵਿੱਚ ਇਵੇਂ ਰਹਿੰਦੇ ਜਿਵੇਂ ਨਿਰਵਿਰਤੀ ਵਿੱਚ ਰਹਿੰਦੇ। ਸਤਿਗੁਰੂ ਮਹਾਰਾਜ ਦੀ ਬਾਣੀ ਵਿੱਚ ਦੋ ਮਾਰਗ ਦੱਸੇ, ਇੱਕ ਪ੍ਰਵਿਰਤੀ ਮਾਰਗ ਹੈ, ਇੱਕ ਨਿਰਵਿਰਤੀ ਮਾਰਗ ਹੈ। ਪ੍ਰਵਿਰਤੀ ਮਾਰਗ ਗ੍ਰਸਤੀਆਂ ਦਾ ਹੁੰਦਾ। ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀ। ਪ੍ਰਵਿਰਤੀ ਕਰਮ ਕੀ ਹੈ? ਵਿਆਹ ਕਰਾਓ, ਬੱਚੇ ਪੈਦਾ ਕਰੋ, ਉਹਨਾਂ ਨੂੰ ਪਾਲੋ, ਕਾਰੋਬਾਰ ਕਰੋ, ਖੇਤੀਬਾੜੀ ਕਰੋ, ਵਪਾਰ ਕਰੋ, ਨੌਕਰੀ ਕਰੋ, ਬਿਜ਼ਨਸ ਕਰੋ, ਕੰਮਕਾਰ ਕਰੋ। ਇਹਨੂੰ ਕਹਿੰਦੇ ਪ੍ਰਵਿਰਤੀ। ਘਰ-ਬਾਰ ਛੱਡ ਕੇ ਜੰਗਲਾਂ ਪਹਾੜਾਂ ਵਿੱਚ ਜਾ ਕੇ ਤਪ ਕਰੋ, ਵਿਆਹ ਨਾ ਕਰਾਓ, ਬੱਚਿਆਂ ਦੇ ਜੰਜਾਲ 'ਚ ਨਾ ਫਸੋ, ਉਹਨੂੰ ਕਹਿੰਦੇ ਨਿਰਵਿਰਤੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਵਿਰਤੀ 'ਚ ਇਉਂ ਰਹਿੰਦੇ ਜਿਵੇਂ ਨਿਰਵਿਰਤੀ 'ਚ ਰਹਿੰਦੇ। ਭਾਵ ਗ੍ਰਸਤ ਵਿੱਚ ਰਹਿੰਦੇ ਵੀ ਗੁਰੂ ਜੀ ਦਾ ਮਨ ਗ੍ਰਸਤ ਵਿੱਚ ਫਸਿਆ ਹੋਇਆ ਨਹੀਂ ਹੈ। ਅਸੀਂ ਤਾਂ ਗ੍ਰਸਤੀ ਬੰਦੇ ਹਾਂ, ਹਰ ਵੇਲੇ ਸਾਨੂੰ ਆਪਣੇ ਘਰ ਦੀ ਚਿੰਤਾ ਹੀ ਲੱਗੀ ਰਹਿੰਦੀ ਹੈ। ਗੁਰੂ ਮਹਾਰਾਜ ਗ੍ਰਸਤ ਵਿੱਚ ਰਹਿੰਦਿਆਂ ਵੀ ਗ੍ਰਸਤ ਦੇ ਜੰਜਾਲਾਂ ਤੋਂ ਮੁਕਤ ਹਨ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਵੈ ਕਰ ਸਮਝੋ, ਮਾਨੀ ਮਾਏ ਉਦਾਸਾ। ਇਹੋ ਜਿਹੇ ਸੰਨਿਆਸੀ ਹਨ, ਘਰ ਦੇ ਵਿੱਚ ਰਹਿੰਦਿਆਂ ਵੀ ਉਦਾਸ ਹਨ। ਗੁਰੂ ਹਰਗੋਬਿੰਦ ਸਾਹਿਬ ਜੀ। ਸ੍ਰੀ ਨਾਨਕ ਅੰਗਦ ਚੰਦਨ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਵੇਂ ਰਹੇ ਨੇ ਗ੍ਰਸਤ ਵਿੱਚ, ਜਿਵੇਂ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਜੀ ਰਹੇ ਨੇ। ਸ੍ਰੀ ਅਮਰਦਾਸ ਸੁਖ ਕੰਦੰ। ਫਿਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਵੀ ਗ੍ਰਸਤ ਮਾਰਗ ਵਿੱਚ ਰਹਿ ਕੇ ਉਦਾਸ ਰਹੇ ਨੇ। ਗੁਰ ਰਾਮਦਾਸ ਗੁਣ ਖਾਨੀ। ਫਿਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਵੀ ਗ੍ਰਸਤ ਵਿੱਚ ਹੀ ਸਨ, ਪਰ ਗ੍ਰਸਤ ਵਿੱਚ ਫਸੇ ਨਹੀਂ। ਸਾਰੇ ਗੁਰੂ ਸਾਹਿਬ ਗ੍ਰਸਤੀ ਹੋਏ ਪਰ ਗ੍ਰਸਤ ਵਿੱਚ ਫਸੇ ਨਹੀਂ। ਇੱਕ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਬਾਲ ਅਵਸਥਾ ਜੋਤੀ ਜੋਤ ਸਮਾ ਗਏ ਨੇ। ਬਾਕੀ ਤਾਂ ਸਾਰੇ 9 ਪਾਤਸ਼ਾਹੀਆਂ ਦੇ ਵਿਆਹ ਮਾਤਾਵਾਂ ਦੇ ਨਾਮ ਇਤਿਹਾਸ 'ਚ ਮਿਲਦੇ ਨੇ। ਪਰ ਗ੍ਰਸਤ ਦੇ ਵਿੱਚ, ਪਰਿਵਾਰ ਦੇ ਵਿੱਚ, ਬੱਚਿਆਂ ਵਿੱਚ ਹੋ ਕੇ ਵੀ ਮੋਹ ਮਮਤਾ 'ਚ ਨਹੀਂ ਫਸੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ। ਸ੍ਰੀ ਅਰਜਨ ਜਿਮ ਬ੍ਰਹਮ ਗਿਆਨੀ। ਫਿਰ ਪੰਜਵੇਂ ਪਾਤਸ਼ਾਹ ਬ੍ਰਹਮ ਗਿਆਨੀ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਨੇ ਵੀ ਗ੍ਰਸਤ ਵਿੱਚ ਹੀ ਰਹਿ ਕੇ ਨਿਰਵਾਹ ਕੀਤਾ ਹੈ। ਮਾਤਾ ਗੰਗਾ ਜੀ ਨਾਲ ਵਿਆਹ ਕਰਾਇਆ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਹੋਏ ਨੇ। ਤੇ ਗ੍ਰਸਤੀ ਹੋ ਕੇ ਵੀ ਮਹਾਰਾਜ ਪੰਜਵੇਂ ਪਾਤਸ਼ਾਹ ਸਰੀਰ ਦਾ, ਸੰਸਾਰ ਦਾ, ਸੁੱਖਾਂ ਦਾ ਮੋਹ ਨਹੀਂ ਕੀਤਾ। ਧਰਮ ਵਾਸਤੇ ਆਪਣੀ ਕੁਰਬਾਨੀ ਦਿੱਤੀ ਹੈ। ਤਤੀ ਤਵੀ ਤੇ ਬਹਿ ਕੇ ਸ਼ਹੀਦੀ ਪਾਈ ਹੈ। ਕੋਈ ਗ੍ਰਸਤੀ ਬੰਦਾ ਇਦਾਂ ਥੋੜ੍ਹਾ ਕਰ ਸਕਦਾ। ਉਹ ਤੇ ਆਪਣੇ ਬਾਲ ਬੱਚਿਆਂ ਬਾਰੇ ਸੋਚੇਗਾ, ਪਤਨੀ ਬਾਰੇ ਸੋਚੇਗਾ, ਘਰ-ਬਾਰ ਬਾਰੇ ਸੋਚੇਗਾ। ਪਰ ਗੁਰੂ ਸਾਹਿਬ ਜੀ ਮਹਾਰਾਜ ਗ੍ਰਸਤ ਵਿੱਚ ਰਹਿ ਕੇ ਸਭ ਕੁਝ ਮੋਹ ਤਿਆਗ ਦਿੱਤਾ ਹੈ। ਤਿਮ ਸ੍ਰੀ ਹਰਗੋਬਿੰਦ ਬੀਰਾ। ਇਵੇਂ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗ੍ਰਸਤੀ। ਮਹਾਰਾਜ ਦੇ 5 ਪੁੱਤਰ ਤੇ 1 ਬੇਟੀ ਹੋਈ ਹੈ। 3 ਗੁਰੂ ਸਾਹਿਬ ਦੇ ਵਿਆਹ ਹੋਏ ਨੇ। ਮਾਤਾ ਦਮੋਦਰੀ ਜੀ ਵੱਡੇ ਮਹਿਲ ਸਨ, ਜਿਨ੍ਹਾਂ ਤੋਂ ਬਾਬਾ ਗੁਰਦਿੱਤਾ ਤੇ ਬੀਬੀ ਬੀਰੋ ਦਾ ਜਨਮ ਹੋਇਆ। ਮਾਤਾ ਮਹਾਂਦੇਵੀ, ਬਾਬਾ ਸੂਰਜਮਲ ਜੀ ਦਾ, ਜਿਨ੍ਹਾਂ ਦਾ ਹੁਣ ਵੀ ਪਰਿਵਾਰ ਚੱਲਦਾ। ਤੇ ਮਾਤਾ ਨਾਨਕੀ ਜੀ ਦੇ ਪੇਟ ਤੋਂ ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਗੁਰੂ ਤੇਗ ਬਹਾਦਰ ਜੀ, 3 ਪੁੱਤਰਾਂ ਦਾ ਜਨਮ ਹੋਇਆ। ਗ੍ਰਸਤੀ ਕਿੱਡੇ ਵੱਡੇ, ਪਰ ਮੋਹ ਕੋਈ ਨਹੀਂ। ਗ੍ਰਸਤ ਵਿੱਚ ਰਹਿੰਦਿਆਂ ਉਦਾਸ ਰੱਖੀ ਬਿਰਤੀ 6ਵੇਂ ਪਾਤਸ਼ਾਹ ਜੀ ਮਹਾਰਾਜ ਨੇ।
ਨਿਸਚਾ ਤਥਾ ਗਹੀਰਾ। ਕਿ ਜਿਵੇਂ ਵੱਡੇ ਗੁਰੂਆਂ ਨੇ ਆਪਣਾ ਨਿਸ਼ਚਾ ਰੱਖਿਆ ਸੰਸਾਰ ਤੋਂ ਨਿਰਲੇਪ ਰਹੇ, ਸੰਸਾਰ ਨੂੰ ਸੁਪਨਾ ਹੀ ਸਮਝਿਆ, ਜਿਉਂ ਸੁਪਨਾ ਰਪੇਖਣਾ ਐਸੇ ਜਗ ਕੋ ਜਾਣ। ਆਹ ਦੁਨੀਆ ਇਵੇਂ ਥੋੜ੍ਹਾ ਰਹਿਣੀ ਹੈ। ਸਾਡੇ ਜੰਮਣ ਤੋਂ ਪਹਿਲਾਂ ਅਸੀਂ ਕੋਈ ਨਹੀਂ ਸੀਗੇ, ਉਦੋਂ ਵੀ ਕੰਮ ਚੱਲਦੇ ਸੀ, ਜਦੋਂ ਅਸੀਂ ਮਰ ਜਾਵਾਂਗੇ ਉਦੋਂ ਵੀ ਕੰਮ ਚੱਲਦੇ ਰਹਿਣੇ ਆ। ਇਹਦਾ ਸਰਾਂ ਆਪਣੀ ਆਪਣੀ ਵਾਰੀ ਆਏ ਤੇ ਆਪਣੀ ਆਪਣੀ ਵਾਰੀ ਚਲੇ ਗਏ। ਮਹਾਰਾਜ ਇਦਾਂ ਦੀ ਬਿਰਤੀ ਰੱਖਦੇ ਆ ਵੀ ਦੁਨੀਆ 'ਚ ਅਸੀਂ ਸਦਾ ਨਹੀਂ ਰਹਿਣਾ। ਜਿਮ ਪੰਚਹੁ ਸ਼ਾਂਤ ਸਰੂਪੰ। ਜਿਵੇਂ ਪੰਜ ਪਾਤਸ਼ਾਹੀਆਂ ਸ਼ਾਂਤ ਸਰੂਪ ਹੋਈਆਂ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਅਰਜਨ ਦੇਵ ਜੀ ਤੱਕ। ਤਮ ਖਸਤਮ ਭਏ ਅਨੂਪੰ। ਛੇਵੇਂ ਪਾਤਸ਼ਾਹ ਵੀ ਉਦਾਂ ਹੀ ਹੋਏ, ਉਦਾਂ ਦੀ ਬਿਰਤੀ ਬੈਰਾਗ ਵਾਲੀ, ਕੋਈ ਮੋਹ ਨਹੀਂ, ਕੋਈ ਸੰਸਾਰ ਦਾ ਖਿਆਲ ਨਹੀਂ, ਕੋਈ ਆਪਣੀ ਮਾਣ ਵਡਿਆਈ ਦਾ ਵੀ ਫਿਕਰ ਨਹੀਂ, ਕੋਈ ਆਪਣੇ ਖਾਣ ਪੀਣ ਦੀ ਚਿੰਤਾ ਨਹੀਂ। ਇਸ ਦੁਨੀਆ ਵਿੱਚ ਜੀਵਨ ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਦੋ ਗੱਲਾਂ ਬੜਾ ਤੰਗ ਕਰਦੀਆਂ, ਹਾਏ ਮਰ ਜਾਵਾਂਗੇ, ਮੌਤ ਦਾ ਡਰ, ਮੌਤ ਦੀ ਚਿੰਤਾ ਸਾਰਿਆਂ ਨੂੰ ਲੱਗੀ ਹੋਈ ਹੈ। ਹੋਰ ਜੀ ਲਈਏ, ਵਧੀਆ ਜੀ ਲਈਏ, ਸੋਹਣਾ ਖਾ ਪੀ ਲਈਏ, ਇਹਦੀ ਆਸ ਲੱਗੀ ਹੋਈ ਹੈ। ਇਹਦੇ ਕਰਕੇ ਸਾਰੇ ਲੋਕ ਦੁਖੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹੋ ਜਿਹੀ ਅਵਸਥਾ 'ਚ ਰਹਿੰਦੇ, ਨਾ ਮਰਨ ਦੀ ਚਿੰਤਾ ਨਾ ਜੀਵਨ ਦੀ ਆਸ। ਹਾਂਜੀ। ਪਰ ਵਿਰਤ ਰਾਖਬੋ ਦਲ ਕੋ। ਔਰ ਫਿਰ ਰਾਜਿਆਂ ਵਾਲਾ ਸੁਭਾਅ ਦੇਖੋ ਕਿੱਡਾ ਔਖਾ ਹੈ ਇਹਨਾਂ ਗੱਲਾਂ ਨੂੰ ਇਕੱਠਿਆਂ ਕਰ ਦੇਣਾ। ਰਾਜ ਦੀਆਂ ਨਿਸ਼ਾਨੀਆਂ ਨੇ ਬਾਜ ਰੱਖਿਆ ਹੋਇਆ, ਕਲਗੀ ਲਾਉਂਦੇ ਨੇ, ਤਖਤਾਂ ਦੀ ਰਚਨਾ ਕੀਤੀ ਹੈ, ਫੌਜਾਂ ਰੱਖੀਆਂ, ਦਲ ਰੱਖਿਆ, ਸ਼ਿਕਾਰ ਖੇਡਦੇ ਨੇ, ਰੋਜ਼ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ। ਇਹ ਰਾਜਿਆਂ ਵਾਲੀ ਬਿਰਤੀ ਹੈ। ਭਟ ਕਰਨ ਬਟੋਰਨ ਬਲ ਕੋ। ਸੂਰਬੀਰ ਯੋਧਿਆਂ ਨੂੰ ਇਕੱਠੇ ਕਰਨਾ, ਉਹਨਾਂ ਦੀ ਫੌਜ ਨੂੰ ਪਾਲਣਾ, ਉਹਨਾਂ ਨੂੰ ਤਨਖਾਹਾਂ ਵੀ ਦੇਣੀਆਂ, ਉਹਨਾਂ ਦੇ ਘੋੜਿਆਂ ਦਾ ਖਰਚਾ, ਉਹਨਾਂ ਦੇ ਖਾਣ ਪੀਣ ਦਾ ਖਰਚਾ, ਸਾਰਾ ਖਿਆਲ ਰੱਖਣਾ, ਉਹਨਾਂ ਦੇ ਘਰ ਪਰਿਵਾਰਾਂ ਦਾ ਵੀ ਜੇ ਗੁਰੂ ਦੀ ਫੌਜ ਵਿੱਚ ਕੋਈ ਸਿੰਘ ਸੇਵਾ ਕਰ ਰਿਹਾ, ਉਹਦੇ ਪਿੱਛੇ ਬੱਚੇ ਤਾਂ ਨਹੀਂ ਭੁੱਖੇ ਮਰ ਰਹੇ, ਉਹਦੇ ਘਰ ਕੋਈ ਖੇਤੀਬਾੜੀ ਕਰਨ ਵਾਲਾ ਹੈ ਕਿ ਨਹੀਂ, ਇਹ ਵੀ ਸਾਰਾ ਖਿਆਲ ਰੱਖਣਾ। ਇੱਕ ਉਦਾਸੀ ਸਾਧੂ ਬਣ ਜਾਵੇ, ਉਹਦਾ ਆਪਣੇ ਸਕੇ ਮਾਂ ਪਿਓ ਨੂੰ ਨਹੀਂ ਪੁੱਛਦਾ ਕਿ ਵੀ ਤੁਸੀਂ ਪਾਣੀ ਪੀਤਾ ਕਿ ਨਹੀਂ ਪੀਤਾ। ਸਾਧ ਬਣ ਗਿਆ, ਪਿੱਛੇ ਮੁੜ ਕੇ ਥੋੜ੍ਹਾ ਦੇਖੇਗਾ। ਗੁਰੂ ਸਾਹਿਬ ਸਾਧ ਵੀ ਪੂਰੇ ਤੇ ਲੋਕਾਂ ਦਾ ਪੇਟ ਵੀ ਪਾਲਦੇ, ਰਾਜਿਆਂ ਦੀ ਤਰ੍ਹਾਂ ਵੀ ਰਹਿੰਦੇ ਆ ਤੇ ਫਕੀਰ ਵੀ ਪੂਰੇ। ਇਸ ਕਰਕੇ ਮਹਾਰਾਜ ਛੇਵੇਂ ਪਾਤਸ਼ਾਹ ਵਰਗਾ ਕੋਈ ਮਹਾਂਪੁਰਸ਼ ਹੋ ਨਹੀਂ ਸਕਦਾ। ਹਾਂਜੀ। ਤੁਰਕੇਸ਼ਵਰ ਸੋ ਬੜ ਝੇਰਾ। ਤੇ ਜੰਗ ਵੀ ਛੋਟੇ ਮੋਟੇ ਬੰਦੇ ਨਾਲ ਨਹੀਂ ਕੀਤਾ, ਕਿਸੇ ਨਵਾਬ ਨਾਲ ਜਾਂ ਕਿਸੇ ਛੋਟੇ ਮੋਟੇ ਅਫਸਰ ਨਾਲ ਝਗੜਾ ਨਹੀਂ। ਹਿੰਦੁਸਤਾਨ ਦੇ ਉਸ ਬਾਦਸ਼ਾਹ ਨਾਲ ਜਿਹਦਾ ਚੜ੍ਹਦੇ ਤੋਂ ਛਿਪਦੇ ਤੱਕ ਉਸ ਵੇਲੇ ਰਾਜ, ਕੋਈ ਉਹਦੇ ਸਾਹਮਣੇ ਖੰਘ ਨਹੀਂ ਸਕਦਾ, ਉਸ ਬਾਦਸ਼ਾਹ ਸ਼ਾਹਜਹਾਨ ਨਾਲ ਟੱਕਰ ਲਈ ਹੈ। ਨਿਤ ਕਰਨ ਉਖੇਰ ਬਖੇਰਾ। ਤੇ ਰੋਜ਼ ਹੀ ਬਖੇੜਾ ਕਰਨ ਨੂੰ ਤਿਆਰ ਬਰ ਤਿਆਰ। ਇਹ ਨਹੀਂ ਵੀ ਲੜਾਈ ਕਰ ਲਈ ਤੇ ਹੁਣ ਮੁੜ ਕੇ ਕਰਨੀ ਕੋਈ ਨਹੀਂ। ਰੋਜ਼ ਹੀ ਕਹਿੰਦੇ ਆ ਜਾ ਦੁਬਾਰਾ, ਫੇਰ ਸਹੀ, ਫੇਰ ਆ ਜਾ। ਕਹਿੰਦੇ ਪਹਿਲਾਂ ਅੰਮ੍ਰਿਤਸਰ ਦੀ ਲੜਾਈ ਜਿੱਤੀ, ਫਿਰ ਸ੍ਰੀ ਹਰਗੋਬਿੰਦਪੁਰ ਦੀ, ਫਿਰ ਹੁਣ ਮਹਾਰਾਜ ਦੀ ਜਿੱਤੀ। ਔਰ ਬਾਦਸ਼ਾਹ ਦੇ ਕਿਲੇ 'ਚੋਂ ਘੋੜੇ ਕੱਢ ਕੇ ਭਾਈ ਬਿਧੀ ਚੰਦ ਜੀ ਲੈ ਕੇ ਆਏ। ਇਹ ਕੋਈ ਛੋਟੇ ਮੋਟੇ ਬਹਾਦਰੀ ਦੇ ਕੰਮ ਨਹੀਂ, ਇਹੋ ਜਿਹੀ ਬਹਾਦਰੀ ਹੋਰ ਕੋਈ ਕਰ ਨਹੀਂ ਸਕਦਾ। ਰਿਪ ਹੱਥ ਸੰਗਰਾਮ ਮਚਾਏ। ਵੈਰੀਆਂ ਨਾਲ ਬੜੇ ਬੜੇ ਯੁੱਧ ਕੀਤੇ ਤੇ ਵੈਰੀਆਂ ਨੂੰ ਰਣ ਤੱਤੇ 'ਚ ਖਪਾ ਦਿੱਤਾ। ਪੁਰਸ਼ਾਰਥ ਕਰੇ ਕਰਾਏ। ਬੜੇ ਪੁਰਸ਼ਾਰਥ, ਬੜੇ ਉਦਮ। 4000 ਫੌਜ ਸਿੱਖਾਂ ਦੀ 35000 ਲੱਲਾ ਬੇਗ ਦੇ ਫੌਜ ਦੇ ਨਾਲ ਟਕਰਾ ਦਿੱਤੀ ਤੇ 9 ਘੰਟਿਆਂ ਵਿੱਚ ਜੰਗ ਖਤਮ ਵੀ ਕਰ ਦਿੱਤਾ। ਇਹੋ ਜਿਹੀ ਬਹਾਦਰੀ ਤੇ ਇਹੋ ਜਿਹੀ ਸ਼ਕਤੀ ਦੇ ਮਾਲਕ ਛੇਵੇਂ ਪਾਤਸ਼ਾਹ ਹਨ। ਪਰ ਨਿਸਚਾ ਗਿਆਨ ਮਹਾਨਾ। ਇੰਨਾ ਕੁਝ ਕਰਦੇ ਆ, ਰਾਜਿਆਂ ਦੀ ਤਰ੍ਹਾਂ ਵੀ ਰਹਿੰਦੇ ਆ, ਕਲਗੀਆਂ ਵੀ ਲਾਉਂਦੇ ਆ, ਸ਼ਿਕਾਰ ਵੀ ਖੇਡਦੇ ਆ, ਘੋੜੇ ਹਥਿਆਰ ਵੀ ਰੱਖੇ ਨੇ। ਸਾਰਾ ਦਿਸਣ ਵਾਲੇ ਨੂੰ ਰਾਜੇ ਮਹਾਰਾਜੇ ਹੀ ਦਿਸਦੇ ਆ, ਪਰ ਅੰਦਰੋਂ ਨਿਸ਼ਚਾ ਬ੍ਰਹਮ ਗਿਆਨ ਤੇ, ਅੰਦਰੋਂ ਸੰਸਾਰ ਵਿੱਚ ਨਿਰਲੇਪ ਰਹਿੰਦੇ ਹਨ। ਬਾਹਰੋਂ ਹਉਮੈ ਕਹੈ ਕਹਾਏ, ਅੰਦਰੋਂ ਮੁਕਤ ਲੇਪ ਕਦੇ ਨਾ ਲਾਏ। ਬਾਹਰ ਦੁਨੀਆ ਨਾਲ ਠਾਠਾ ਬਾਗਾ ਪੂਰਾ ਹੈ, ਲੋਕਾਂ ਨੂੰ ਇਉਂ ਲੱਗਦਾ ਵੀ ਕੋਈ ਬਾਦਸ਼ਾਹ ਹੈ, ਕੋਈ ਰਾਜਾ ਮਹਾਰਾਜਾ ਹੈ, ਪਰ ਜਦੋਂ ਗੁਰੂ ਸਾਹਿਬ ਦੇ ਕੋਲ ਆ ਕੇ ਸੰਗਤ ਨੇੜੇ ਬੈਠਦੀ ਹੈ, ਬਚਨ ਸੁਣਦੀ ਹੈ, ਫਿਰ ਪਤਾ ਲੱਗਦਾ ਵੀ ਇਹ ਤਾਂ ਬ੍ਰਹਮ ਗਿਆਨੀ ਮਹਾਂਪੁਰਸ਼ ਹਨ। ਸਭ ਹਿਨ ਕੈ ਏਕ ਸਮਾਨਾ। ਸਾਰਿਆਂ ਨੂੰ ਇੱਕੋ ਜਿਹਾ ਦੇਖਦੇ ਆ,
ਨਰ ਨਾਰੀ ਇਸਤਰੀ ਪੁਰਸ਼ ਹਿੰਦੂ ਮੁਸਲਮਾਨ ਗਰੀਬ ਅਮੀਰ ਦਾ ਕੋਈ ਫਰਕ ਨਹੀਂ ਰੱਖਦੇ। ਆਮ ਦੁਨੀਆ ਦੇ ਵਿੱਚ ਕੀ ਹੈ, ਇਹ ਆਪਣਾ ਜੀ, ਇਹ ਬਗਾਨਾ। ਧਰਮ ਦੇ ਨਾਂ ਉੱਤੇ ਵੀ ਵੰਡੀਆਂ ਪਾਈਆਂ ਨੇ, ਜਾਤਾਂ ਦੇ ਨਾਂ ਤੇ ਵੀ ਪਾਈਆਂ ਨੇ, ਕੌਮ ਦੇ ਨਾਂ ਤੇ ਪਾਈਆਂ ਨੇ, ਮੁਲਕ ਦੇ ਨਾਂ ਤੇ ਪਾਈਆਂ ਨੇ। ਗਰੀਬ ਤੇ ਅਮੀਰ ਦੀ ਵੰਡੀ ਬੜੀ ਵੱਡੀ ਹੈ। ਗਰੀਬ ਆਦਮੀ ਨੂੰ ਅਮੀਰ ਆਦਮੀ ਕਹਿੰਦਾ ਪਰੇ ਹੋ ਕੇ ਬਹਿ, ਮੇਰੇ ਨੇੜੇ ਨਾ ਆਵੀਂ। ਪਰ ਗੁਰੂ ਸਾਹਿਬ ਕੋਲ ਗਰੀਬ ਤੋਂ ਗਰੀਬ ਪਾਟੇ ਕੱਪੜਿਆਂ ਵਾਲਾ ਵੀ ਆ ਜਾਵੇ, ਉਹਨੂੰ ਵੀ ਕੋਲ ਬਿਠਾ ਕੇ ਉਹਦਾ ਵੀ ਹਾਲ ਉਸੇ ਤਰ੍ਹਾਂ ਹੀ ਪੁੱਛਦੇ ਆ ਜਿਵੇਂ ਕਿ ਬਾਦਸ਼ਾਹ ਦਾ ਪੁੱਛਦੇ ਆ। ਉਹਨਾਂ ਵਾਸਤੇ ਵੱਡਾ ਛੋਟਾ ਕੋਈ ਨਹੀਂ। ਗਰੀਬ ਅਮੀਰ ਉਹ ਵੀ ਇੱਕੋ ਜਿਹਾ। ਹਿੰਦੂ ਮੁਸਲਮਾਨ ਦਾ ਵੀ ਸਵਾਲ ਕੋਈ ਨਹੀਂ। ਮੁਸਲਮਾਨ ਨੂੰ ਵੀ ਉਸੇ ਪਿਆਰ ਨਾਲ ਬੁਲਾਉਂਦੇ ਆ ਜਿਹੜੇ ਨਾ ਹਿੰਦੂ ਨੂੰ ਬੁਲਾਉਂਦੇ। ਬਾਹਮਣ ਨੂੰ ਵੀ ਉਹੀ ਸਤਿਕਾਰ ਦਿੰਦੇ ਜਿਹੜਾ ਇੱਕ ਸ਼ੂਦਰ ਨੂੰ ਵੀ ਦਿੰਦੇ। ਯਾਨੀ ਕਿਸੇ ਨਾਲ ਵੀ ਗੁਰੂ ਸਾਹਿਬ ਵਿਤਕਰਾ ਨਹੀਂ ਕਰਦੇ। ਹਿਮ ਕੇਤਕ ਸਮਾਂ ਬਿਤਾਇਓ। ਇਸ ਤਰ੍ਹਾਂ ਕਰਤਾਰਪੁਰ ਵਿੱਚ ਜਲੰਧਰ ਰਹਿੰਦਿਆਂ ਕੁਝ ਸਮਾਂ ਬਤੀਤ ਕੀਤਾ ਗੁਰੂ ਸਾਹਿਬ ਜੀ ਨੇ। ਸ਼ੁਭ ਮਾਘ ਮਾਸ ਤਬ ਆਇਓ। ਤੇ ਆ ਮਾਘ ਦਾ ਮਹੀਨਾ ਆ ਗਿਆ। ਹੁਣ ਵੀ ਮਾਘ ਦਾ ਮਹੀਨਾ ਹੀ ਚੱਲ ਰਿਹਾ ਨਾ। ਮਾਘ ਦਾ ਮਹੀਨਾ ਸੋਹਣਾ ਚੜਿਆ। ਪਿਖ ਲਾਲ ਚੰਦ ਮਨ ਆਨੀ। ਬਾਬਾ ਲਾਲ ਚੰਦ ਜੀ, ਮਾਤਾ ਗੁਜਰੀ ਜੀ ਦੇ ਪਿਤਾ ਜੀ, ਗੁਰੂ ਗੋਬਿੰਦ ਸਿੰਘ ਦੇ ਨਾਨਾ ਜੀ ਬੜੇ ਮਹਾਨ ਪਵਿੱਤਰ ਆਤਮਾ ਸਨ, ਬੰਦਗੀ ਵਾਲੀ ਰੂਹ ਸਨ। ਮਾਘ ਦੇ ਮਹੀਨੇ ਉਹ ਵੀ ਕਰਤਾਰਪੁਰ ਰਹਿੰਦੇ ਸਨ। ਉਹਨਾਂ ਨੇ ਸੋਚਿਆ ਨਿਜ ਦਾਰਾ ਸੰਗ ਬਖਾਨੀ। ਆਪਣੀ ਪਤਨੀ ਬਿਸ਼ਨ ਕੌਰ ਨਾਲ ਗੱਲ ਕਰਦੇ ਬਾਬਾ ਲਾਲ ਚੰਦ ਜੀ। ਨਿਜ ਤਨ ਜਾ ਗੁਜਰੀ ਕੇਰਾ। ਬਿਸ਼ਨ ਕੌਰੇ, ਆਪਣੀ ਗੁਜਰੀ ਦਾ ਆਪਾਂ ਹੁਣ ਵਿਆਹ ਦੇ ਦਈਏ। ਮਹਾਰਾਜ ਦੇ ਪੁੱਤਰ ਨਾਲ ਆਪਾਂ ਰਿਸ਼ਤਾ ਕੀਤਾ ਸੀ, ਗੁਰੂ ਹਰਗੋਬਿੰਦ ਸਾਹਿਬ ਦੇ ਬੇਟੇ ਤੇਗ ਬਹਾਦਰ ਨਾਲ। ਤੇ ਆਪਾਂ ਹੁਣ ਉਹਨਾਂ ਨੂੰ ਕਹੀਏ ਵੀ ਬਰਾਤ ਲੈ ਕੇ ਆ ਜਾਣ ਤੇ ਸਾਡੀ ਗੁਜਰੀ ਵਿਆਹ ਕੇ ਗੁਰੂ ਦੇ ਮਹਿਲਾਂ 'ਚ ਲੈ ਜਾਣ। ਹੈ ਵਿਆਹਨ ਸਮਾਂ ਛੇਰਾ। ਇਹ ਵਿਆਹਾਂ ਵਾਸਤੇ ਬੜਾ ਸੋਹਣਾ ਸਮਾਂ ਹੈ। ਫੱਗਣ ਦੇ ਮਹੀਨੇ, ਅਗਲੇ ਮਹੀਨੇ ਆਪਾਂ ਵਿਆਹ ਕਰਾ ਦਈਏ। ਕਰ ਦੀਜਾ ਔਰ ਅਬਲਾਖਾ। ਮੇਰੇ ਮਨ 'ਚ ਇੱਛਾ ਹੈ ਵੀ ਹੁਣ ਆਪਾਂ ਇਹ ਕਰਜ਼ਾ ਲਾ ਦਈਏ, ਬੇਟੀ ਆਪਣੇ ਘਰ ਜਾਵੇ, ਸਾਡੀ ਚਿੰਤਾ ਖਤਮ ਹੋਵੇ। ਸੁਨ ਬਿਸ਼ਨ ਕੋਇਰ ਬਚ ਭਾਖਾ। ਇਹ ਸੁਣ ਕੇ ਮਾਤਾ ਬਿਸ਼ਨ ਕੌਰ ਜੀ, ਬਾਬਾ ਲਾਲ ਚੰਦ ਜੀ ਦੀ ਪਤਨੀ, ਗੁਰੂ ਤੇਗ ਬਹਾਦਰ ਸਾਹਿਬ ਦੀ ਸੱਸ, ਮਾਤਾ ਗੁਜਰੀ ਦੀ ਮਾਂ, ਇਉਂ ਬੋਲੀ ਹੈ। ਇਹ ਤੋਹਿ ਮਨੋਰਥ ਆਛਾ। ਆਪਣੇ ਪਤੀ ਨੂੰ ਕਹਿੰਦੀ, ਸਵਾਮੀ ਜੀ ਤੁਹਾਡਾ ਇਹ ਮਨੋਰਥ ਬਹੁਤ ਵਧੀਆ। ਤੁਹਾਨੂੰ ਚੰਗਾ ਖਿਆਲ ਆਇਆ ਵੀ ਗੁਰੂ ਸਾਹਿਬ ਇੱਕ ਤਾਂ ਹੁਣ ਇੱਥੇ ਠਹਿਰੇ ਹੋਏ ਨੇ, ਅੱਗੇ ਮਹਾਰਾਜ ਆ ਜਾਂਦੇ ਚਲੇ ਜਾਂਦੇ, ਤੇ ਦੂਰ ਦੂਰ ਕਰਤਾਰਪੁਰ ਸਾਹਿਬ ਤੋਂ ਜੇ ਮਹਾਰਾਜ ਜਾਣਗੇ ਪਤਾ ਨਹੀਂ ਕਦੋਂ ਆਉਣਗੇ। ਹੁਣ ਕਈ ਸਾਲਾਂ ਮਹੀਨਿਆਂ ਬਾਅਦ ਆਏ ਨੇ, ਹੁਣ ਆਏ ਹੋਏ ਨੇ, ਹੁਣ ਇੱਥੇ ਹੀ ਨੇ। ਹੁਣ ਆਪਾਂ ਵਿਆਹ ਦਾ ਜਿਹੜਾ ਪ੍ਰੋਗਰਾਮ ਹੈ ਉਹ ਆਰੰਭ ਕਰੀਏ। ਮਮ ਉਰ ਮਹਿ ਦੀਰਘ ਬਾਛਾ। ਮੇਰੇ ਮਨ ਵਿੱਚ ਵੀ ਬੜੀ ਇੱਛਾ ਹੈ ਵੀ ਆਪਾਂ ਗੁਜਰੀ ਦਾ ਹੁਣ ਵਿਆਹ ਕਰ ਦਈਏ। ਕਰ ਦੇਹੁ ਬਿਲੰਬ ਨ ਕੀਜੈ। ਦੇਰੀ ਨਹੀਂ ਕਰਨੀ ਚਾਹੀਦੀ। ਨਾ ਬਿਲੰਬ ਧਰਮੰ ਬਿਲੰਬ ਪਾਪੰ। ਕਹਿੰਦੇ ਧਰਮ ਕਰਨ 'ਚ ਦੇਰੀ ਨਹੀਂ ਕਰਨੀ ਚਾਹੀਦੀ, ਪਾਪ ਕਰਨ 'ਚ ਦੇਰੀ ਕਰਨੀ ਚਾਹੀਦੀ। ਇਹ ਧਰਮ ਦਾ ਕੰਮ ਹੈ। ਆਪਾਂ ਆਪਣੀ ਬੇਟੀ ਦਾ ਵਿਆਹ ਕਰੀਏ। ਲਿਖ ਸਾਹਾ ਗੁਰ ਕੋ ਦੀਜੈ। ਆਪਾਂ ਸਾਹਾ ਲਿਖ ਕੇ, ਵਿਆਹ ਦੀ ਤਰੀਕ ਲਿਖ ਕੇ ਮਹਾਰਾਜ 6ਵੇਂ ਪਾਤਸ਼ਾਹ ਕੋਲ ਭੇਜ ਦਈਏ ਤੇ ਗੁਰੂ ਸਾਹਿਬ ਕਿਰਪਾ ਕਰਨ, ਸੁੱਖਾਂ ਦੀ ਘੜੀ ਆਵੇ ਤੇ ਆਪਣੀ ਬੇਟੀ ਦਾ ਵਿਆਹ ਹੋ ਜਾਵੇ। ਕਰ ਮਸਲਤ ਵਿਪਰ ਬੁਲਾਇਓ। ਆ ਮਹਾਰਾਜ ਸਾਹਿਬ ਜੀ ਦੇ ਵੱਲ ਚਿੱਠੀ ਭੇਜਣ ਲਈ ਆਪਣੇ ਕੁਲ ਪ੍ਰੋਤ ਨੂੰ ਸੱਦਿਆ ਬਾਬੇ ਲਾਲ ਚੰਦ ਜੀ ਨੇ। ਕਹਿ ਸਾਹਾ ਤਬ ਹੈ ਸਦਾਇਓ। ਤੇ ਪ੍ਰੋਤ ਨੂੰ ਆਖਿਆ ਵੀ ਪੰਡਤ ਜੀ ਤੁਸੀਂ ਸਾਡੀ ਬੇਟੀ ਗੁਜਰੀ ਦਾ ਸਾਹਾ ਲੈ ਕੇ ਜਾਓ। ਜਬ ਫਲਗਣ ਨੌਮੀ ਆਵੇ। ਜਦੋਂ ਫੱਗਣ ਦੀ 9ਵੀਂ ਤਰੀਕ ਆਵੇਗੀ ਤਬ ਵਿਆਹ ਰਚ ਹੋ ਸੁਖ ਪਾਵੇ। ਫੱਗਣ ਦੀ 9ਵੀਂ ਨੂੰ ਵਿਆਹ ਹੋਵੇਗਾ। ਸਾਡੇ ਵੱਲੋਂ ਆਹ ਤਰੀਕ ਹੈ, ਤੁਸੀਂ ਆਪਣੇ ਹਿਸਾਬ ਨਾਲ ਲਿਖ ਕੇ ਤੇ ਗੁਰੂ ਮਹਾਰਾਜ ਜੀ ਨੂੰ 6ਵੇਂ ਪਾਤਸ਼ਾਹ ਨੂੰ ਦੇ ਆਓ। ਲਿਖ ਕਾਗਦ ਬਿਪਰ ਪਠਾਇਓ। ਪ੍ਰੋਤ ਨੇ ਚਿੱਠੀ ਲਿਖੀ ਬੜੀ ਸੋਹਣੇ ਢੰਗ ਨਾਲ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਨੂੰ ਬੇਨਤੀ ਹੈ
ਆਪ ਜੀ ਦੇ ਸਾਹਿਬਜ਼ਾਦੇ ਸ੍ਰੀ ਤੇਗ ਬਹਾਦਰ ਜੀ ਦਾ ਵਿਆਹ ਫੱਗਣ ਦੀ 9 ਨੂੰ ਪੱਕਾ ਕੀਤਾ ਹੈ। ਆਪ ਜੀ ਕਿਰਪਾ ਕਰਕੇ ਆਪਣੇ ਪੁੱਤਰ ਦੀ ਬਰਾਤ ਲੈ ਕੇ ਸਾਡੇ ਘਰ ਆਓ ਤੇ ਵਿਆਹ ਦਾ ਕਾਰਜ ਸੰਪੰਨ ਕਰੋ। ਚਲ ਸਤਿਗੁਰ ਗੇ ਢਿਗ ਆਇਓ। ਉਹ ਬਰੋਧ ਚਿੱਠੀ ਲੈ ਕੇ, ਕਿਉਂਕਿ ਉਸੇ ਪਿੰਡ ਵਿੱਚ ਹੀ ਰਹਿੰਦੇ ਸੀ, ਕਰਤਾਰਪੁਰ ਵਿੱਚ ਹੀ, ਮਹਾਰਾਜ ਕੋਲ ਆਇਆ ਹੈ। ਕਹਿ ਆਸ਼ਿਕ ਬੈਠ ਸੁਨਾਵਾ। ਆ ਕੇ ਗੁਰੂ ਸਾਹਿਬ ਜੀ ਦੇ ਚਰਨ ਕਮਲਾਂ 'ਚ ਬੈਠਾ ਤੇ ਉਸ ਪੰਡਤ ਨੇ ਬੇਨਤੀ ਕੀਤੀ, ਮੈਂ ਸਾਹਾ ਲੈ ਕਰ ਆਵਾ। हे ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਮੈਂ ਆਪ ਜੀ ਦੇ ਪੁੱਤਰ ਦੇ ਵਿਆਹ ਦੀ ਚਿੱਠੀ, ਸਾਹੇ ਦੀ ਚਿੱਠੀ ਲੈ ਕੇ ਆਇਆ ਹਾਂ। ਕਹਿ ਪਾਤੀ ਤਬ ਹੈ ਪਠਾਈ। ਆ ਚਿੱਠੀ ਬਾਬਾ ਲਾਲ ਚੰਦ ਜੀ ਨੇ ਤੁਹਾਡੇ ਕੁੜਮ ਉਹਨਾਂ ਨੇ ਭੇਜੀ ਹੈ। ਉਹਨਾਂ ਦੀ ਬੇਟੀ ਗੁਜਰੀ, ਉਹਨਾਂ ਦੇ ਵਿਆਹ ਦੀ ਚਿੱਠੀ ਹੈ। ਸੁਨ ਮੰਦਰ ਸੁਧ ਪਹੁੰਚਾਈ। ਆ ਮਾਤਾ ਨਾਨਕੀ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੰਦਰ ਮਹਿਲਾਂ 'ਚ ਖਬਰ ਭੇਜੀ ਬਈ ਤੁਹਾਡੇ ਪੁੱਤਰ ਦੇ ਤੇਗ ਬਹਾਦਰ ਦੇ ਵਿਆਹ ਦੀ ਚਿੱਠੀ ਆਈ ਹੈ ਸਗਨ ਦੀ। ਤਿਨ ਰੀਤ ਕਰੀ ਕੁਲ ਜੇਤੀ। ਮਾਤਾ ਨਾਨਕੀ ਜੀ ਤੇ ਮਾਤਾ ਮਹਾਂਦੇਵੀ ਜੀ ਸਨ, ਕਿਉਂਕਿ ਮਾਤਾ ਦਮੋਦਰੀ ਜੀ ਤਾਂ ਇਸ ਤੋਂ ਕੁਝ ਸਮਾਂ ਪਹਿਲਾਂ ਡੱਲੇ ਪਿੰਡ, ਵਾਹਿਗੁਰੂ, ਡਰੋਲੀ ਪਿੰਡ ਵਿਖੇ ਮੋਗੇ ਦੇ ਲਾਗੇ ਉਹ ਚਾਲੇ ਪਾ ਗਏ ਸਨ ਸੱਚਖੰਡ ਨੂੰ। ਹੁਣ ਸਾਰੀ ਜ਼ਿੰਮੇਵਾਰੀ ਮਾਤਾ ਨਾਨਕੀ ਨੇ ਕਰਨੀ ਸੀ, ਜਾਂ ਮਾਤਾ ਮਹਾਂਦੇਵੀ ਨੇ, ਜਾਂ ਬਾਬਾ ਗੁਰਦਿੱਤਾ ਜੀ ਦੀ ਧਰਮ ਪਤਨੀ ਅਨੰਤੀ ਤੇ ਗੁਰੂ ਮਹਾਰਾਜ ਦੀ ਦੂਸਰੀ ਨੂੰਹ ਖੇਮ ਕੌਰ। ਇਹ ਘਰ ਦੇ ਵਿੱਚ ਵੱਡੀਆਂ ਬੀਬੀਆਂ ਸਾਰੀਆਂ ਇਕੱਠੀਆਂ ਹੋਈਆਂ ਹਨ। ਉਤਸ਼ਾਹ ਵਿਸ਼ਾਲ ਸਮੇਤੀ। ਬੜੇ ਉਤਸ਼ਾਹ ਨਾਲ ਪੰਡਤ ਜੀ ਲਈ ਖਾਣਾ ਬਣਾਇਆ। ਉਹਨਾਂ ਦਿਨਾਂ 'ਚ ਪੰਡਤ ਜਦੋਂ ਚਿੱਠੀ ਲੈ ਕੇ ਆਉਂਦਾ ਉਹਨੂੰ ਰਾਤ ਰੱਖਦੇ ਸੀ, ਉਹਦੀ ਸੇਵਾ ਕਰਦੇ ਸੀ, ਉਹਨੂੰ ਕੱਪੜੇ ਵੀ ਦਿੰਦੇ ਸੀ, ਪ੍ਰਸ਼ਾਦਾ ਵੀ ਛਕਾਉਂਦੇ ਸੀ। ਉਹਦੀ ਪ੍ਰਸ਼ਾਦੇ ਨਾਲ ਸੇਵਾ ਮਾਤਾ ਨਾਨਕੀ ਜੀ ਨੇ ਆਪਣੇ ਹੱਥੀਂ ਕੀਤੀ ਹੈ। ਮਿਲ ਗਾਵਤ ਗੀਤ ਰਸਾਲੇ। ਔਰ ਖੁਸ਼ੀ ਦੇ ਗੀਤ ਗਾਣ ਲੱਗ ਪਏ ਹਨ। ਸਾਰਾ ਪਰਿਵਾਰ ਖੁਸ਼ੀ ਮਨਾ ਰਿਹਾ ਹੈ। ਉਪਜਾਵਤ ਆਨੰਦ ਬਸਾਲੇ। ਬੜਾ ਆਨੰਦ ਹੋ ਰਿਹਾ, ਖੁਸ਼ੀ ਹੋ ਰਹੀ। ਸ੍ਰੀ ਤੇਗ ਬਹਾਦਰ ਜੀ ਦਾ ਵਿਆਹ ਹੋਣਾ ਹੈ। ਦਿਜ ਸੇਵ ਕਰਾਏ ਰਖਾਇਓ। ਇੱਕ ਰਾਤ ਆਪਣੇ ਕੋਲ ਰੱਖਿਆ। 6ਵੇਂ ਪਾਤਸ਼ਾਹ ਨੇ ਪ੍ਰੋਹਤ ਨੂੰ ਉਹਦੀ ਸੇਵਾ ਕੀਤੀ, ਲੰਗਰ ਪ੍ਰਸ਼ਾਦਾ ਛਕਾਇਆ, ਉਹਨੂੰ ਨਾਲੇ ਦਾਨ ਦਛਨਾ ਵੀ ਚੰਗੀ ਦਿੱਤੀ ਹੈ। ਪੁਨ ਦੀਨ ਵਿਦਾਇ ਪਠਾਇਓ। ਤੇ ਵਿਦਾਇਗੀ ਦੇ ਕੇ ਭੇਜਿਆ ਹੈ। ਜਬ ਵਿਆਹ ਦਿਵਸ ਨਹਿਰਾਏ। ਜਦੋਂ ਵਿਆਹ ਦਾ ਦਿਨ ਨੇੜੇ ਆਇਆ, ਫੱਗਣ ਦੀ 9ਵੀਂ ਨੇੜੇ ਆਈ, ਸੰਬੰਧੀ ਸਕਲ ਬੁਲਾਏ। ਮਹਾਰਾਜ ਜੀ ਨੇ ਸਾਰੇ ਰਿਸ਼ਤੇਦਾਰਾਂ ਨੂੰ, ਸਾਰੇ ਸਿੱਖਾਂ ਨੂੰ, ਗੁਰੂ ਘਰ ਦੇ ਜਿਹੜੇ ਮੋਹਤਬਰ ਗੁਰਸਿੱਖ ਚਿੱਠੇ ਹੁਕਮਨਾਮੇ ਭੇਜ ਦਿੱਤੇ। ਜਿੱਥੇ ਜਿੱਥੇ ਦਾ ਰਿਸ਼ਤੇਦਾਰੀ ਸੋ ਲਾਹੌਰ ਤੋਂ ਇੱਕ ਸ੍ਰੀ ਗੋਬਿੰਦਵਾਲ ਸਾਹਿਬ ਖਾਸ ਕਰਕੇ ਉਹਨਾਂ ਨਾਲ ਬਹੁਤਾ ਪਿਆਰ ਸੀਗਾ। ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਾਦੀ ਦਾ ਪੇਕਾ ਪਰਿਵਾਰ ਹੈ ਨਾ, ਬੀਬੀ ਭਾਨੀ ਦਾ। ਇਸ ਕਰਕੇ ਉਹਨਾਂ ਨੂੰ ਪਹਿਲਾਂ ਸਭ ਤੋਂ ਬੁਲਾਉਣਾ ਪੈਂਦਾ ਸੀ। ਆਉਂਦੇ ਵੀ ਬੜੇ ਸ਼ੌਂਕ ਨਾਲ ਸੀ। ਫਿਰ ਮੌ ਸਾਹਿਬ ਤੋਂ ਮਾਤਾ ਗੰਗਾ ਜੀ ਦੇ ਪੇਕੇ ਗੁਰੂ ਹਰਗੋਬਿੰਦ ਸਾਹਿਬ ਦੇ ਨਾਨਕਿਆਂ ਨੂੰ, ਉਹਨਾਂ ਨੂੰ ਵੀ ਬੁਲਾਇਆ ਹੈ। ਬਾਬਾ ਹਰੀ ਚੰਦ ਜੀ ਅੰਮ੍ਰਿਤਸਰ ਤੋਂ ਮਾਤਾ ਨਾਨਕੀ ਦੇ ਪੇਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਨਾ ਜੀ, ਉਹਨਾਂ ਨੂੰ ਵੀ। ਇਸੇ ਤਰ੍ਹਾਂ ਖੰਡੂਰ ਸਾਹਿਬ ਵਾਲਿਆਂ ਨੂੰ, ਡੱਲੇ ਵਾਲਿਆਂ ਨੂੰ, ਜਿਹੜੇ ਜਿਹੜੇ ਗੁਰੂ ਘਰ ਦੇ ਰਿਸ਼ਤੇਦਾਰ ਆ, ਸਭ ਨੂੰ ਚਿੱਠੀਆਂ ਭੇਜੀਆਂ ਹਨ। ਪਕਵਾਨ ਭੇਜ ਸਭ ਥਾਨੇ। ਤੇ ਨਾਲ ਪਕਵਾਨ, ਪੱਕੀਆਂ ਹੋਈਆਂ ਮਠਿਆਈਆਂ ਦੇ ਟੋਕਰੇ ਭਰ ਕੇ ਭੇਜੇ ਹਨ। ਉਤਸ਼ਾਹ ਕੀਨ ਹਰ ਖਾਨੇ। ਬੜੀਆਂ ਖੁਸ਼ੀਆਂ, ਬੜੇ ਉਤਸ਼ਾਹ ਹੋਏ ਨੇ। ਬਹੁਤ ਪ੍ਰਸੰਨਤਾ ਦੇ ਨਾਲ ਸ੍ਰੀ ਤੇਗ ਬਹਾਦਰ ਜੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ। ਸੁਤ ਬਨਤਾ ਕੇ ਜੁਤ ਜਾਤੂ। ਹਾਂ, ਬਾਬਾ ਦਾਤੂ ਜੀ ਜਿਹੜੇ ਗੁਰੂ ਮਹਾਰਾਜ ਸਾਹਿਬ ਗੁਰੂ ਅੰਗਦ ਦੇਵ ਜੀ ਦੇ ਸਾਹਿਬਜ਼ਾਦੇ ਸਨ, ਖੰਡੂਰ ਸਾਹਿਬ ਰਹਿੰਦੇ ਸਨ, ਬਹੁਤ ਬਿਰਧ ਹੋ ਗਏ ਸਨ। ਉਹਨਾਂ ਨੂੰ ਵੀ ਚਿੱਠੀ ਭੇਜੀ ਵੀ ਆਪ ਜੀ ਵੱਡੇ ਹੋ, ਬਜ਼ੁਰਗ ਹੋ, ਜ਼ਰੂਰ ਆਓ। ਉਹ ਵੀ ਆਪਣੇ ਪਰਿਵਾਰ ਸਮੇਤ ਆਏ ਹਨ। ਗੁਰੂ ਅਮਰ ਬੰਸ ਹਰ ਖਾਤੂ। ਏਦਾਂ ਹੀ ਗੁਰੂ ਅਮਰਦਾਸ ਜੀ ਦੀ ਅੰਸ਼ ਬੰਸ ਵਿੱਚੋਂ ਬਾਬਾ ਸੁੰਦਰ ਜੀ, ਭਾਈ ਪਰਮਾਨੰਦ ਜੀ ਜਿਹੜੇ ਹੁਣ ਹਨ, ਕਿਉਂਕਿ ਗੁਰੂ ਅਮਰਦਾਸ ਜੀ ਦੇ 2 ਸਾਹਿਬਜ਼ਾਦੇ ਸਨ, ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ।
ਬਾਬਾ ਮੋਹਨ ਜੀ ਦੇ ਪੁੱਤਰ ਬਾਬਾ ਸੰਸਰਾਮ ਜੀ ਸਨ, ਜਿਨ੍ਹਾਂ ਨੇ ਗੁਰਬਾਣੀ ਦੀਆਂ ਪਹਿਲੀਆਂ ਪੋਥੀਆਂ ਲਿਖੀਆਂ ਸਨ, ਜਿਨ੍ਹਾਂ 'ਚ 4 ਗੁਰੂਆਂ ਦੀ ਬਾਣੀ ਸੀ। ਤੇ ਬਾਬਾ ਮੋਹਰੀ ਜੀ ਦੇ 3 ਪੁੱਤਰ ਸਨ, ਬਾਬਾ ਰਜਾਨੀ ਮੱਲ ਜੀ, ਬਾਬਾ ਅਰਥਮਲ ਜੀ, ਬਾਬਾ ਆਨੰਦ ਜੀ। ਆਨੰਦ ਜੀ ਦੇ ਪੁੱਤਰ ਸਨ ਬਾਬਾ ਸੁੰਦਰ ਜੀ, ਜਿਨ੍ਹਾਂ ਦੀ ਬਾਣੀ ਕਹੈ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀ। ਸਦ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਬਾਬਾ ਪਰਮਾਨੰਦ ਜੀ ਉਹਨਾਂ ਦੇ ਭਾਈ ਸਨ। ਇਸ ਤਰ੍ਹਾਂ ਇਹ ਸਾਰਾ ਪਰਿਵਾਰ ਖੰਡੂਰ ਸਾਹਿਬ ਵਾਲੇ, ਗੋਇੰਦਵਾਲ ਸਾਹਿਬ ਵਾਲੇ, ਗੁਰ ਸਸੁਰ ਆਏ ਹਰ ਚੰਦੂ, ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਹੁਰਾ ਸਾਹਿਬ ਅੰਮ੍ਰਿਤਸਰ ਤੋਂ ਬਾਬਾ ਹਰੀ ਚੰਦ ਜੀ ਆਪਣੇ ਦੋਤੇ ਦੇ ਵਿਆਹ 'ਚ ਨਾਨਕ ਛਕ ਲੈ ਕੇ ਆਏ ਹਨ। ਲਖ ਦੋਹਿਤ ਵਿਆਹ ਆਨੰਦੂ, ਤੇਗ ਬਹਾਦਰ ਜੀ ਦੇ ਨਾਨਾ ਜੀ ਨੂੰ ਬੜਾ ਚਾਅ ਚੜਿਆ ਦੋਤੇ ਦੇ ਵਿਆਹ ਦਾ। ਧਨ ਬਨ ਤਾਲੇ ਪਰਵਾਰਾ, ਉਹ ਬਹੁਤ ਸਾਰੀ ਮਾਇਆ ਤੇ ਆਪਣੀ ਪਤਨੀ ਤੇ ਆਪਣਾ ਪਰਿਵਾਰ ਲੈ ਕੇ ਆਏ ਨੇ। ਚਲ ਆਏ ਪੁਰ ਕਰਤਾਰਾ, ਸ੍ਰੀ ਕਰਤਾਰਪੁਰ ਸਾਹਿਬ ਆ ਗਏ ਨੇ। ਵਿਆਹ ਕਰਤਾਰਪੁਰ ਹੋਣਾ ਹੈ ਸ੍ਰੀ ਤੇਗ ਬਹਾਦਰ ਜੀ ਦਾ। ਸਰ ਸੁਦਾ ਛੋਰ ਨਰ ਆਉਰੀ, ਅੰਮ੍ਰਿਤਸਰ ਦੇ ਹੋਰ ਵੀ ਬੜੇ ਸਿੱਖ ਅੰਮ੍ਰਿਤਸਰ ਛੱਡ ਕੇ ਕਰਤਾਰਪੁਰ ਆ ਗਏ ਨੇ। ਹਰ ਚੰਦ ਸੰਗ ਤਿਸ ਠੌਰੀ, ਬਾਬਾ ਹਰੀ ਚੰਦ ਜੀ ਦੇ ਨਾਲ ਅੰਮ੍ਰਿਤਸਰ ਦੇ ਬਹੁਤ ਸਾਰੇ ਮੁਖੀ ਸਿੱਖ ਪਤਵੰਤੇ, ਜਿਹੜੇ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਰਹਿੰਦੇ, ਗੁਰੂ ਕੀਆਂ ਸਥਾਨਾਂ ਦੀ ਸੇਵਾ ਅਤੇ ਹੋਰ ਕਾਰਜ ਕਰਦੇ, ਉਹ ਵੀ ਆਏ ਹਨ। ਸਭ ਦਰਸ਼ਨ ਗੁਰ ਕੇ ਆਏ, ਬਾਬਾ ਬੁੱਢਾ ਜੀ ਦਾ ਪਰਿਵਾਰ ਰਮਦਾਸ ਪਿੰਡ ਤੋਂ ਚੱਲ ਕੇ ਉਹ ਵੀ ਆਏ ਨੇ। ਹੋਰ ਵੀ ਬੇਦੀ ਸਾਹਿਬਜ਼ਾਦੇ, ਸੋਢੀ ਸਾਹਿਬਜ਼ਾਦੇ, ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਾਂਗੇ, ਨਾਲੇ ਵਿਆਹ ਦੀਆਂ ਖੁਸ਼ੀਆਂ ਵੇਖਾਂਗੇ। ਇਸ ਤਰ੍ਹਾਂ ਆਏ ਹਨ ਸਾਰੇ ਹੀ। ਸੁਤ ਵਿਆਹ ਸੁਨਤ ਮੁਦ ਪਾਏ, ਗੁਰੂ ਮਹਾਰਾਜ ਦੇ ਪੁੱਤਰ ਦਾ ਵਿਆਹ ਹੈ ਬਈ, ਸਾਰੇ ਚਲੋ। ਯਤੇ ਭਾਗਨ ਆਇਓ ਦੁਆਰਾ, ਗੁਰੂ ਮਹਾਰਾਜ ਦਾ ਦੂਸਰਾ ਸਹੁਰਾ ਸੀ ਬਾਬਾ ਦਵਾਰਕਾ ਦਾਸ, ਤੇ ਉਹਦੀ ਘਰ ਵਾਲੀ ਬੀਬੀ ਭਾਗਣ, ਜਿਨ੍ਹਾਂ ਦੀ ਬੇਟੀ ਮਾਤਾ ਮਹਾਂਦੇਵੀ ਗੁਰੂ ਹਰਗੋਬਿੰਦ ਸਾਹਿਬ ਦੇ ਮਹਿਲ ਸਨ। ਉਹ ਵੀ ਆਪਣੇ ਦੋਤੇ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਏ ਹਨ। ਲੈ ਰਾਮਾ ਆਪਣੀ ਦਾਰਾ, ਤੇ ਭਾਈ ਰਾਮਾ ਜੀ ਆਪਣੀ ਪਤਨੀ ਸਮੇਤ ਆਏ ਹਨ। ਸੁਨ ਜੋਧ ਰਾਏ ਨਰਗਨ ਕੋ, ਉਧਰੋਂ ਮਾਲਵੇ ਦੀ ਧਰਤੀ ਤੋਂ ਕਾਂਗੜ ਦੀਨੇ ਦਾ ਰਾਜਾ, ਦੀਨੇ ਕਾਂਗੜ ਦਾ ਭਾਈ ਜੋਧ ਸ਼ਾਹ ਆਪਣੇ ਨਾਲ ਆਪਣੀ ਫੌਜ ਲੈ ਕੇ ਵਿਆਹ 'ਚ ਸ਼ਾਮਲ ਹੋਣ ਲਈ ਆਇਆ ਹੈ। ਸ਼ੁਭ ਵਸਤ ਗੁਰੂ ਅਰਪਨ ਕੋ, ਮਾਲਵੇ ਦੇ ਸਿੱਖ ਭਾਈ ਰੂਪਾ, ਭਾਈ ਸਾਧੂ, ਇਸ ਤਰ੍ਹਾਂ ਹੋਰ ਸਾਰੇ ਬਹੁਤ ਵਧੀਆ ਵਧੀਆ ਭੇਟਾਵਾਂ ਲੈ ਕੇ ਵਿਆਹ 'ਚ ਮਹਾਰਾਜ ਦੇ ਸ਼ਾਮਲ ਹੋਣ ਲਈ ਆਏ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ। ਤ੍ਰਿਯ ਬ੍ਰਿੰਦ ਵਲਾਏ ਪਟਰਾਨੀ, ਕਹਿੰਦੇ ਉੱਥੋਂ ਦੀ ਰਾਣੀ ਕਾਂਗੜੇ ਦੀ ਜੋਧ ਸ਼ਾਹ ਦੀ ਘਰ ਵਾਲੀ ਕੱਲੀ ਨਹੀਂ ਆਈ, ਬਹੁਤ ਸਾਰੀਆਂ ਆਪਣੀਆਂ ਦਲਾਣੀਆਂ, ਜਠਾਣੀਆਂ, ਪਰਿਵਾਰ ਦੀਆਂ ਇਸਤਰੀਆਂ ਨੂੰ ਵੀ ਨਾਲ ਲੈ ਕੇ ਆਈ। ਬੜੇ ਰਾਣਿਆਂ ਦੀ, ਰਾਜਿਆਂ ਦੀ ਤਰ੍ਹਾਂ ਆਏ ਹਨ। ਚਲ ਆਈ ਆਨੰਦ ਮਹਾਨੀ, ਬੜੇ ਆਨੰਦ ਵਿੱਚ, ਬੜੀ ਖੁਸ਼ੀ ਵਿੱਚ ਆਈ ਹੈ। ਸੁਨ ਸਾਧੂ ਰੂਪਾਇਓ, ਭਾਈ ਸਾਧੂ, ਭਾਈ ਰੂਪਾ, ਇਹ ਸਾਧ ਸੰਗਤ ਜੀ ਪਿੱਛੇ ਵੀ ਕਥਾ ਆਪਾਂ ਸਰਵਣ ਕੀਤੀ ਹੈ। ਗੁਰੂ ਘਰ ਦੇ ਆਨੰਦ ਪ੍ਰੇਮੀ ਸਿੱਖ ਹੋਏ ਹੈ। ਤਖਾਣ ਜਾਤੀ ਦੇ ਬਹੁਤ ਗਰੀਬ ਬੰਦੇ ਸਨ ਭਾਈ ਸਾਧੂ ਤੇ ਉਹਦਾ ਪੁੱਤਰ ਰੂਪਾ। 6ਵੇਂ ਪਾਤਸ਼ਾਹ ਦੀ ਪ੍ਰੇਮਾ ਭਗਤੀ ਕਰਕੇ ਮਹਾਰਾਜ ਨੇ ਬ੍ਰਹਮ ਗਿਆਨ ਤੱਕ ਪਹੁੰਚਾ ਦਿੱਤਾ। ਬਹੁਤ ਮਿਹਰਾਂ ਬਖਸ਼ਿਸ਼ਾਂ ਕੀਤੀਆਂ। ਦੋਵਾਂ ਪਿਓ ਪੁੱਤਰਾਂ ਨੂੰ ਆਪਣੇ ਲੰਗਰ ਚਲਾਉਣ ਦਾ ਆਪਣੇ ਹੱਥੀਂ ਕੜਛਾ ਦਿੱਤਾ ਸੀਗਾ। ਅੱਜ ਵੀ ਉਹਨਾਂ ਦੇ ਪਰਿਵਾਰ ਕੋਲ ਬਖਸ਼ਿਸ਼ ਹੈ। ਸੋ ਰਹੋ ਵਿਚਾਰ ਭਾਈ ਸਾਧੂ, ਉਹਦਾ ਪੁੱਤਰ ਰੂਪਚੰਦ, ਉਹ ਵੀ ਮਾਲਵੇ ਤੋਂ ਆਏ ਹਨ। ਪਰਿਵਾਰ ਸੰਗ ਸਭ ਲਿਆਇਓ, ਭਾਈ ਰੂਪਾ, ਭਾਈ ਸਾਧੂ ਆਪਣਾ ਸਾਰਾ ਪਰਿਵਾਰ ਰੂਪੇ ਪਿੰਡ ਤੋਂ ਲੈ ਕੇ ਆਏ ਹਨ। ਇਤਿਆਦਿਕ ਜਿਨ ਸੁਧ ਪਾਈ, ਇਸ ਪ੍ਰਕਾਰ ਹੋਰ ਵੀ ਜਿਨ੍ਹਾਂ ਜਿਨ੍ਹਾਂ ਨੂੰ ਖਬਰ ਮਿਲੀ ਕਿ ਗੁਰੂ ਸਾਹਿਬ ਜੀ ਦੇ ਬੇਟੇ ਦਾ ਵਿਆਹ ਹੈ, ਸਾਰੇ ਆਪਣੇ ਆਪਣੇ ਕੰਮਾਂ ਕਾਰਾਂ ਨੂੰ ਛੱਡ ਕੇ ਕਰਤਾਰਪੁਰ ਨੂੰ ਤੁਰ ਪਏ ਨੇ। ਸਭ ਪਹੁੰਚੇ ਬਿਲਮ ਭੁਲਾਈ, ਬਿਨਾਂ ਦੇਰੀ ਦੇ ਵਿਆਹ ਤੋਂ ਪਹਿਲਾਂ ਪਹਿਲਾਂ, ਫੱਗਣ ਦੀ 9 ਤੋਂ ਪਹਿਲਾਂ ਪਹਿਲਾਂ ਪਹੁੰਚ ਜਾਈਏ, ਸਾਰੇ ਦੌੜੇ ਹਨ। ਸੁਤ ਸਾਧੂ ਧਰਮਾ ਲੀਨੇ, ਇਧਰੋਂ ਭਾਈ ਧਰਮਾ ਖੋਸਲਾ ਆਪਣੇ ਪੁੱਤਰ ਸਾਧੂ ਨੂੰ, ਇਹ ਸਾਧੂ ਹੋਰ ਹੈ,
ਰੂਪੇ ਦਾ ਪਿਤਾ ਹੋਰ ਹੈ। ਇਹ ਸਾਧੂ ਗੁਰੂ ਹਰਗੋਬਿੰਦ ਸਾਹਿਬ ਦਾ ਦਮਾਦ ਸੀ, ਜਵਾਈ ਸੀ। ਗੁਰੂ ਸਾਹਿਬ ਦੀ ਇੱਕੋ ਬੇਟੀ ਬੀਬੀ ਬੀਰੋ ਸਾਧੂ ਨੂੰ ਵਿਆਹੀ ਸੀ। ਸਾਧੂ ਬੜਾ ਸੁੰਦਰ ਬਾਣੀ ਰਚਣ ਵਾਲਾ ਇੱਕ ਕਵੀ ਸੀ, ਉਹਦੀ ਬਾਣੀ ਵੀ ਮਿਲਦੀ ਹੈ। ਸਾਧੂ ਜਨ ਗੁਰ ਦਰਸ਼ਨ ਕੀਤਾ, ਧੋਚਰ ਨਾਮਤ ਗੁਰ ਦਾ ਪੀਤਾ। ਭਾਈ ਸਾਧੂ ਮਹਾਰਾਜ ਦਾ ਬਹੁਤ ਪ੍ਰੇਮੀ ਸੀ ਤੇ ਹੈ ਤਾਂ ਗੁਰੂ ਸਾਹਿਬ ਦਾ ਦਮਾਦ ਸੀ, ਪਰ ਮਨ ਵਿੱਚ ਜਵਾਈਆਂ ਵਾਲੀ ਆਕੜ ਨਹੀਂ ਸੀ ਰੱਖਦਾ, ਬਲਕਿ ਚਰਨ ਸੇਵਕ ਬਣ ਕੇ ਨਿਮਾਣਾ ਸਿੱਖ ਬਣ ਕੇ ਰਹਿੰਦਾ ਸੀ। ਉਹਦੇ ਅੱਗੋਂ 5 ਪੁੱਤਰ ਹੋਏ, ਭਾਈ ਸੰਗੋ ਸ਼ਾਹ, ਭਾਈ ਜੀਤਮਲ, ਭਾਈ ਮਾਰੀ ਚੰਦ, ਗੰਗਾ ਰਾਮ, ਗੁਲਾਬ ਰਾਏ। ਭੰਗਾਣੀ ਦੇ ਜੰਗ ਵਿੱਚ 10ਵੇਂ ਪਾਤਸ਼ਾਹ ਜੀ ਦੇ ਨਾਲ ਡਟ ਕੇ ਵੈਰੀਆਂ ਦਾ ਮੁਕਾਬਲਾ ਕਰਦੇ ਭਾਈ ਸੰਗੋ ਸ਼ਾਹ ਤੇ ਜੀਤਮਲ ਦੋਵੇਂ ਭਰਾ ਉੱਥੇ ਸ਼ਹੀਦੀ ਪ੍ਰਾਪਤ ਕਰ ਗਏ। ਸੋ ਇਹ ਭਾਈ ਸਾਧੂ ਆਪਣੇ ਪਿਤਾ ਧਰਮੇ ਖੋਸਲੇ ਸਮੇਤ ਵਿਆਹ 'ਚ ਸ਼ਾਮਲ ਹੋਣ ਲਈ ਬੀਬੀ ਬੀਰੋ ਆਪਣੇ ਵੀਰ ਤੇਗ ਬਹਾਦਰ ਦੇ ਵਿਆਹ ਲਈ ਆਈ ਹੈ। ਗੁਰ ਮਿਲਵੇ ਮਗ ਪਗ ਦੀਨੇ। ਨਾਲੇ ਗੁਰੂ ਮਹਾਰਾਜ ਦੇ ਦਰਸ਼ਨ ਕੀਤਿਆਂ ਬੜਾ ਚਿਰ ਹੋ ਗਿਆ ਤੇ ਨਾਲੇ ਵਿਆਹ ਦੀਆਂ ਖੁਸ਼ੀਆਂ ਮਨਾਵਾਂਗੇ। ਰਥ ਚੜ੍ਹ ਕਰ ਬੀਰੋ ਆਈ। ਮਹਾਰਾਜ ਦੀ ਇਕਲੌਤੀ ਬੇਟੀ ਬੀਬੀ ਬੀਰੋ ਰਥ ਤੇ ਬਹਿ ਕੇ ਆਈ ਹੈ। ਗੁਰ ਸੁਤਾ ਮਿਲਨ ਲਲਚਾਈ। ਆਪਣੇ ਵੀਰ ਦੇ ਵਿਆਹ ਦੀਆਂ ਖੁਸ਼ੀਆਂ ਵੇਖਣ ਲਈ ਆਈ ਹੈ। ਸਭਿਆਨ ਗੁਰੂ ਪਦ ਬੰਦੇ। ਸਾਰੇ ਸਿੱਖਾਂ ਨੇ, ਰਿਸ਼ਤੇਦਾਰਾਂ ਨੇ, ਗੁਰੂ ਘਰ ਦੇ ਪਤਵੰਤੇ ਸਿੱਖਾਂ ਨੇ ਆ ਕਰਤਾਰਪੁਰ ਡੇਰੇ ਲਾਏ। ਗੁਰੂ ਮਹਾਰਾਜ 6ਵੇਂ ਪਾਤਸ਼ਾਹ ਦੇ ਚਰਨਾਂ 'ਚ ਮੱਥੇ ਟੇਕੇ, ਨਮਸਕਾਰਾਂ ਕੀਤੀਆਂ ਹਨ। ਮਿਲ ਭੱਲੇ ਤ੍ਰੇਹਣ ਬਰਿੰਦੇ। ਸੋਢੀ ਸਾਹਿਬਜ਼ਾਦੇ ਆਏ, ਭੱਲੇ ਆਏ, ਤ੍ਰੇਹਣ ਆਏ। ਗੁਰ ਜਥਾ ਜੋਗ ਸਨਮਾਨੇ। ਗੁਰੂ ਜੀ ਨੇ ਸਾਰਿਆਂ ਦਾ ਜਥਾਯੋਗ ਸਨਮਾਨ ਕੀਤਾ। ਜਿੱਡੇ ਜਿੱਡੇ ਉਹਨਾਂ ਦੇ ਅਹੁਦੇ ਸੀ ਗੁਰੂ ਘਰ ਵਿੱਚ, ਜਿਵੇਂ ਗੁਰੂ ਅੰਗਦ ਦੇਵ ਜੀ ਦੀ ਅੰਸ਼ ਬੰਸ, ਗੁਰੂ ਅਮਰਦਾਸ ਜੀ ਦੀ ਅੰਸ਼ ਬੰਸ, ਉਹਨਾਂ ਦਾ ਬਹੁਤ ਵਿਸ਼ੇਸ਼ ਕਰਕੇ ਸਨਮਾਨ ਕੀਤਾ ਵੀ ਗੁਰੂ ਅੰਸ਼ ਹਨ। ਬਾਕੀ ਵੀ ਜਿਹੜੇ ਰਿਸ਼ਤੇਦਾਰ ਸਾਕ ਸੰਬੰਧੀ ਆਏ, ਸਭ ਦਾ ਬਹੁਤ ਸਤਿਕਾਰ ਕਰਕੇ ਸਾਰਿਆਂ ਨੂੰ ਵਧੀਆ ਵਧੀਆ ਕਮਰਿਆਂ ਵਿੱਚ, ਤੰਬੂਆਂ ਵਿੱਚ, ਜਿੱਥੇ ਜਿੱਥੇ ਆਸਣ ਲਵਾ ਦਿੱਤੇ। ਸੁਧ ਲੀਨ ਸਖਾਨ ਰਪਾਨੇ। ਤੇ ਉਹਨਾਂ ਦੇ ਖਾਣ ਪਾਣ ਦੀ ਖਬਰ ਲਈ ਸਾਰਿਆਂ ਦਾ ਵਧੀਆ ਲੰਗਰ ਬਣਾ ਕੇ ਛਕਾਣਾ, ਸਾਰਿਆਂ ਨੂੰ ਜਲ ਪਾਣੀ ਪੁੱਛਣਾ, ਸੇਵਾਦਾਰਾਂ ਨੂੰ ਤਾਇਨਾਤ ਕਰਤਾ। ਬਜ਼ੁਰਗਾਂ ਦੇ ਹਿਸਾਬ ਨਾਲ ਉਹਨਾਂ ਦੇ ਆਸਣ ਲਵਾਤੇ, ਨੌਜਵਾਨਾਂ ਦੇ ਵੱਖਰੇ ਲਵਾਤੇ, ਬੀਬੀਆਂ ਦੇ ਵੱਖਰੇ, ਸਭ ਥਾਂ ਥਾਈਂ ਸਾਰਿਆਂ ਦੇ ਰਹਿਣ ਸਹਿਣ ਦਾ, ਖਾਣ ਪੀਣ ਦਾ 6ਵੇਂ ਪਾਤਸ਼ਾਹ ਨੇ ਬੰਦੋਬਸਤ ਕਰਵਾ ਦਿੱਤਾ। ਸੰਬੰਧੀ ਅਰ ਪਰਿਵਾਰਾ। ਗੁਰੂ ਕੇ ਸੰਬੰਧੀ ਸਾਰੇ ਰਿਸ਼ਤੇਦਾਰ, ਸਾਰਾ ਪਰਿਵਾਰ ਮਿਲ ਜਥਾ ਜੋਗ ਮੁਦ ਧਾਰਾ। ਬੜੇ ਖੁਸ਼, ਬੜੇ ਪ੍ਰਸੰਨ ਹੋਏ ਨੇ। ਸ਼ੁਭ ਨਾਨਕੀ ਰੋ ਮਰਵਾਹੀ। ਮਾਤਾ ਨਾਨਕੀ ਗੁਰੂ ਤੇਗ ਬਹਾਦਰ ਸਾਹਿਬ ਦੀ ਮਾਤਾ ਜੀ ਤੇ ਮਾਤਾ ਮਰਵਾਈ ਜੀ ਦੋਵੇਂ ਹੀ ਕਹਿ ਗਿਰਾ ਮ੍ਰਿਦੁਲ ਸਭ ਪਾਹੀ। ਆਈਆਂ ਹੋਈਆਂ ਸਤਿਕਾਰਯੋਗ ਬੀਬੀਆਂ ਨੂੰ ਮਿਲੀਆਂ। ਕੋਈ ਵੱਡੀਆਂ ਬਜ਼ੁਰਗ ਵੀ ਆਈਆਂ ਨੇ, ਉਹਨਾਂ ਨੂੰ ਪੈਰੀਂ ਹੱਥ ਲਾ ਕੇ, ਬਰਾਬਰ ਦੀਆਂ ਨੂੰ ਗਲ ਮਿਲ ਕੇ, ਛੋਟੀਆਂ ਨੂੰ ਲਾਡ ਪਿਆਰ ਕਰਕੇ ਮਾਤਾ ਨਾਨਕੀ ਨੇ ਸਾਰਿਆਂ ਦਾ ਹੀ ਸਤਿਕਾਰ ਕੀਤਾ ਹੈ। ਤ੍ਰੇ ਜਿਤ ਕਿਤ ਜੇਤ ਕੇ ਆਈ। ਜਿਹੜੀਆਂ ਬੀਬੀਆਂ ਕੋਈ ਖੰਡੂਰ ਸਾਹਿਬ ਤੋਂ, ਕੋਈ ਗੋਇੰਦਵਾਲ ਸਾਹਿਬ ਤੋਂ, ਕੋਈ ਡੱਲੇ ਤੋਂ, ਕੋਈ ਮੌ ਸਾਹਿਬ ਤੋਂ, ਤੇ ਕੋਈ ਅੰਮ੍ਰਿਤਸਰ ਤੋਂ, ਕੋਈ ਬਾਬੇ ਬਕਾਲੇ ਤੋਂ, ਦੂਰੋਂ ਦੂਰੋਂ ਜਿਹੜੀਆਂ ਬੀਬੀਆਂ ਆਈਆਂ, ਉਹਨਾਂ ਨੂੰ ਬੀਬੀ ਮਾਤਾ ਨਾਨਕੀ ਜੀ ਤੇ ਮਾਤਾ ਮਰਵਾਈ ਜੀ ਨੇ ਜ਼ਿੰਮੇਵਾਰੀ ਨਾਲ ਸਤਿਕਾਰ ਦਿੱਤਾ ਹੈ। ਕਰ ਮੰਗਲ ਦੇਤ ਵਧਾਈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਵਿੱਚ ਖੁਸ਼ੀ ਦੇ ਬਾਜੇ ਵੱਜ ਰਹੇ ਨੇ, ਵਧਾਈਆਂ ਮਿਲ ਰਹੀਆਂ ਨੇ। ਮਿਲ ਗਾਵਤ ਸੁੰਦਰ ਗੀਤਾ। ਔਰ ਮਾਈਆਂ ਬਹਿ ਕੇ ਗੁਰਬਾਣੀ ਦੇ ਸ਼ਬਦ ਪੜ੍ਹਦੀਆਂ, ਕੀਰਤਨ ਕਰਦੀਆਂ, ਗੁਰਬਾਣੀ ਸਖੀ ਆਨੰਦ ਗਾਵੇ, ਸਾਚੇ ਸਾਹਿਬ ਕੇ ਮਨ ਭਾਵੇ। ਖੁਸ਼ੀ ਦੇ ਗੀਤ ਗਾਉਂਦੀਆਂ ਹਨ। ਜੇ ਆਨੰਦ ਵਧਾਵਤ ਚੀਤਾ। ਆਨੰਦਮਈ ਬਾਣੀ ਪੜ੍ਹਦੀਆਂ ਨੇ, ਮਨ ਨੂੰ ਹੋਰ ਖੁਸ਼ੀ ਹੁੰਦੀ ਹੈ। ਗੁਰ ਘਰ ਕੋ ਦੇਖ ਸਮਾਜਾ। ਗੁਰੂ ਘਰ ਦਾ ਇਹ ਸਮਾਜ ਵੇਖ ਕੇ, ਗੁਰੂ ਘਰ ਦੀਆਂ ਖੁਸ਼ੀਆਂ ਵੇਖ ਕੇ, ਗੁਰੂ ਘਰ ਦੀ ਚੜ੍ਹਤਲ ਵੇਖ ਕੇ ਜਿਮ ਦੇਸ਼ਨ ਪਤ ਮਹਾਰਾਜਾ। ਏਦਾਂ ਲੱਗਦਾ ਵੀ ਕੋਈ ਬਾਦਸ਼ਾਹ ਦੇ ਬੇਟੇ ਦਾ ਵਿਆਹ ਹੋ ਰਿਹਾ, ਕਿਸੇ ਦੇਸ਼ਾਂ ਦੇ ਮੁਲਕਾਂ ਦੇ ਰਾਜੇ ਦੇ ਬੇਟੇ ਦਾ ਵਿਆਹ ਹੋ ਰਿਹਾ, ਤੇ ਹੈਰਾਨ ਹੁੰਦੇ ਆ ਸਾਰੇ।
ਕਹਿੰਦੇ ਰਾਜਿਆਂ ਮਹਾਰਾਜਿਆਂ ਵਰਗੀ ਸ਼ਾਨ ਹੈ ਛੇਵੇਂ ਪਾਤਸ਼ਾਹ ਜੀ ਦੀ। ਸੰਬੰਧੀ ਸਰਬ ਸਰਾਹੈ ਸਾਰੇ ਸੰਬੰਧੀ ਵੀ ਸਰਾਂਦੇ ਐ, ਸਿਫਤ ਕਰਦੇ ਹਨ। ਇਨ ਉਦਯ ਪ੍ਰਤਾਪ ਮਹਾ ਹੈ। ਕਹਿੰਦੇ ਗੁਰੂ ਘਰ ਵਿੱਚ ਛੇਵੇਂ ਪਾਤਸ਼ਾਹ ਦਾ ਪ੍ਰਤਾਪ ਬਹੁਤ ਹੋਇਆ। ਪੰਜ ਪਾਤਸ਼ਾਹੀਆਂ ਦੇ ਸਾਧੂ ਸੰਤਾਂ ਦੇ ਤਰ੍ਹਾਂ ਹੀ, ਫਕੀਰਾਂ ਦੀ ਤਰ੍ਹਾਂ ਹੀ ਸਾਦਾ ਜਿਹਾ ਜੀਵਨ ਰੱਖਿਆ। ਇੱਕ ਚੋਲਾ ਪਾ ਲਿਆ, ਇੱਕ ਸੀਸ ਤੇ ਦਸਤਾਰ ਖੱਦਰ ਦੀ, ਬਸ ਇੰਨਾ ਹੀ ਪਹਿਰਾਵਾ ਹੁੰਦਾ ਸੀ ਸਤਿਗੁਰਾਂ ਦਾ। ਤੇ ਦੋ ਪ੍ਰਸ਼ਾਦੇ ਰੁੱਖੇ ਮਿਸੇ ਛਕ ਕੇ ਉਹੋ ਜਿਹੀ ਸੰਗਤਾਂ ਦੇ ਵਿੱਚ ਭਗਤੀ ਕੀਤੀ। ਆਹ ਛੇਵੇਂ ਪਾਤਸ਼ਾਹ ਮਹਾਰਾਜ ਦਾ ਪ੍ਰਤਾਪ ਬਾਦਸ਼ਾਹ ਵਾਲਾ, ਰਾਜਿਆਂ ਮਹਾਰਾਜਿਆਂ ਵਾਲਾ ਹੋਇਆ ਹੈ। ਰਣ ਕਰਤੇ ਸ਼ਾਹ ਹਰਾਇਓ। ਤੇ ਫਿਰ ਬਾਦਸ਼ਾਹ ਨੂੰ ਹਾਰ ਦਿੱਤੀ ਆ, ਸ਼ਿਕਸਤ ਦਿੱਤੀ ਆ। ਹਿੰਦੁਸਤਾਨ ਦਾ ਬਾਦਸ਼ਾਹ 3 ਵਾਰੀ ਹਾਰ ਗਿਆ ਇਹਨਾਂ ਕੋਲੋਂ। ਪਦ ਪਾਛੈ ਨਹੀਂ ਹਟਾਇਓ। ਜੰਗ ਤੋਂ ਪਿੱਛੇ ਨਹੀਂ ਹਟੇ, ਹੌਸਲਾ ਬੁਲੰਦ ਰੱਖਿਆ ਤੇ ਦੁਸ਼ਮਣ ਨੂੰ ਹਰ ਵਾਰੀ ਹਾਰ ਦਿੱਤੀ ਹੈ। ਅਸ ਅਪਰ ਨ ਜਗ ਮੈਂ ਕੋਈ। ਇਹੋ ਜਿਹਾ ਕੋਈ ਹੋਰ ਦੁਨੀਆ ਤੇ ਹੋ ਨਹੀਂ ਸਕਦਾ ਜਿਹੋ ਜਿਹੇ ਮਹਾਰਾਜ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਹਨ। ਇਨ ਸੰਗ ਜੰਗ ਚਹ ਜੋਈ। ਇਹਨਾਂ ਦੀ ਹੁਣ ਬਰਾਬਰੀ ਕੌਣ ਕਰੇਗਾ? ਕਿਹੜਾ ਛੇਵੇਂ ਪਾਤਸ਼ਾਹ ਦੇ ਨਾਲ ਜੰਗ ਕਰੇਗਾ ਜਦੋਂ ਖੁਦ ਬਾਦਸ਼ਾਹ ਦੀਆਂ ਫੌਜਾਂ ਹਾਰ ਗਈਆਂ ਨੇ? ਗੁਰ ਘਰ ਮਹਪੁਰ। ਹਾਂ, ਗੁਰੂ ਘਰ ਚ ਪੀਰੀ ਦਾ ਪਹਿਲਾਂ ਹੀ ਸੀ। ਅਬ ਇਨਹੁਦ ਤੀਲੇ ਮੀਰੀ। ਇਹਨਾਂ ਨੇ ਮੀਰੀ ਵੀ ਲੈਣ ਦੀ, ਮੀਰੀ ਤੇ ਪੀਰੀ ਇਕੱਠੀਆਂ ਕਰਤੀਆਂ। ਪਹਿਲਾਂ ਪੀਰੀ ਸੀ, ਭਗਤੀ ਸੀ। ਮਹਾਰਾਜ ਛੇਵੇਂ ਪਾਤਸ਼ਾਹ ਸ਼ਕਤੀ, 2 ਤੇਗਾਂ ਪਾਈਆਂ ਮੀਰੀ ਪੀਰੀ ਦੀ, 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਇਹ ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਪ੍ਰਤਾਪ। ਇਸ ਤਰ੍ਹਾਂ ਸੁਖ ਗੱਲਾਂ ਕਰਦੇ ਹਨ ਆਪਸ ਵਿੱਚ। ਸੋ ਸਾਧ ਸੰਗਤ ਜੀ, ਅੱਗੇ ਆਪਾਂ ਸਰਵਣ ਕਰਾਂਗੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਵਿਆਹ ਪੂਜਨੀਕ ਮਾਤਾ ਗੁਜਰੀ ਜੀ ਦੇ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਫੱਗਣ ਦੀ 9 ਤਰੀਕ ਨੂੰ ਹੋਵੇਗਾ। ਉਹ ਹਾਜ਼ਰੀਆਂ ਭਰ ਕੇ ਆਪਾਂ ਸਰਵਣ ਕਰਾਂਗੇ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆ।